ਸਾਹਿਬ ਦੀ ਬਾਣੀ ਪੜ੍ਹ ਕੇ ਪਹਿਲੀ ਅਰਦਾਸ ਹੋਈ। ਦੂਜੀ ਅਰਦਾਸ ਫਿਰ ਗੁਰਦੁਆਰਾ ਸਾਹਿਬ ਆ ਕੇ ਲਾਣੀਆਂ ਦਾ ਪਾਠ ਕਰਕੇ ਦੂਸਰੀ ਅਰਦਾਸ ਹੋ ਜਾਂਦੀ ਹੈ। ਤੀਸਰੀ ਅਰਦਾਸ ਵਿੱਚ ਜਦੋਂ ਅਸੀਂ ਸਹਿਜ ਪਾਠ ਘਰ ਦੇ ਵਿੱਚ ਆਰੰਭ ਕਰਦੇ ਹਾਂ, ਤੀਸਰੀ ਅਰਦਾਸ ਉਦੋਂ ਹੁੰਦੀ ਹੈ। ਤੇ ਚੌਥੀ ਅਰਦਾਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਜਦੋਂ ਭੋਗ ਪਾਇਆ ਉਹ ਹੋ ਚੁੱਕੀ ਹੈ। ਹੁਣ ਪੰਜਵੀਂ ਅਰਦਾਸ ਹੈ। ਇਹ ਪੰਜਵੀਂ ਅਰਦਾਸ ਅੰਤਮ ਅਰਦਾਸ ਹੁੰਦੀ ਹੈ। ਫਿਰ ਇਸ ਤੋਂ ਬਾਅਦ ਚਲੋ ਕਈ ਭਾਗਾਂ ਵਾਲੇ ਹੋਣਗੇ ਜਿਹੜੇ ਸਾਲ ਬਾਅਦ ਜਾਂ 11ਵੇਂ ਮਹੀਨੇ 'ਚ ਉਹ ਸਹਿਜ ਪਾਠ ਕਰਾਉਂਦੇ ਨੇ। ਉਹ ਆਪੋ ਆਪਣੀ ਬੁੱਧ ਹੈ ਜੇਤੀ ਜਿਵੇਂ ਜਿਵੇਂ ਕਿਸੇ ਦੀ ਸਮਰੱਥਾ ਹੁੰਦੇ ਹੋਵੇ ਉਵੇਂ ਉਵੇਂ ਕਰਦਾ ਹੈ। ਕਰਕੇ ਉਹ ਅੰਤਮ ਅਰਦਾਸ ਹੈ। ਭਾਵੇਂ ਤੋਂ ਬਾਅਦ ਜੇ ਅਰਦਾਸ ਹੋਈ ਤਾਂ 1 ਸਾਲ ਬਾਅਦ ਹੋਊਗੀ, ਪਰ ਇਹ 8 ਦਿਨਾਂ ਦੇ ਵਿੱਚ 4 ਅਰਦਾਸਾਂ ਇਦੋਂ ਪਹਿਲਾਂ ਹੋ ਚੁੱਕੀਆਂ ਨੇ। ਆਖਰੀ ਅਰਦਾਸ ਹੈ ਜਿਹਦੇ ਵਿੱਚ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਜੁੜ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ। ਆਓ ਸਾਰੇ ਰਲ ਕੇ ਆਪਾਂ ਅਰਦਾਸ ਬੇਨਤੀ ਉਹਨਾਂ ਵਿਛੜੀ ਹੋਈ ਆਤਮਾ ਸਤਿਕਾਰਯੋਗ ਭਾਈ ਜੱਗਾ ਸਿੰਘ ਜੀ ਦੀ ਅੰਤਮ ਅਰਦਾਸ ਦੇ ਵਿੱਚ ਆਪਾਂ ਸਾਰੇ ਸ਼ਾਮਿਲ ਹੋਈਏ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਜੀ ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਜੀ ਵਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਬਾਰੀ ਆਈ ਜੀ ਤੁਰ ਜਾਵਣਾ। ਬਾਰੀ ਆਈ ਜੀ ਜਗ ਤੋਂ ਤੁਰ ਜਾਵਣਾ। ਬਾਰੀ ਆਈ ਜੀ ਤੁਰ ਜਾਵਣਾ। ਉਹ ਬਾਰੀ ਆਈ ਜੀ ਤੁਰ ਜਾਵਣਾ। ਬਾਰੀ ਆਈ ਜੀ ਤੁਰ ਜਾਵਣਾ। ਬਾਰੀ ਆਈ ਜੀ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਵਾਰੀ ਆਈ ਤੁਰ ਜਾਵਣਾ। ਰਹਿਆ ਨਾ ਕੋਈ ਰਾਜਾ ਰਾਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਰਹਿਆ ਨਾ ਕੋਈ ਰਾਜਾ ਰਾਣਾ, ਬਾਰੀ ਆਈ ਤੁਰ ਜਾਵਣਾ। ਰਾਣਾ ਰਵਨਾ ਕੋਰ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬਚੈ ਧੀਰ। ਪਰਮ ਸਤਿਕਾਰਯੋਗ ਗੁਰਾਂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਗੁਰੂ ਜੀ ਦੀ ਪਾਵਨ ਪਵਿੱਤਰ ਸੱਚੀ ਤੇ ਸੁੱਚੀ ਵਾਰਗਾਹ ਅੰਦਰ ਹਾਜ਼ਰੀ ਭਰਨ ਵਾਸਤੇ ਸਰਬਮਾਈ ਭਾਈ ਸਰਵੇ ਕਾਇਨਾਤ ਬਾਲੀਏ ਦੋ ਜਹਾਨ, ਕਿਰਪਾ ਦੇ ਸਾਗਰ ਦਇਆ ਦੇ ਦਾਤੇ, 11ਵੇਂ ਗੁਰੂ ਪ੍ਰਤੱਖ ਗੁਰੂ, ਦਸੇ ਗੁਰਾਂ ਦੀ ਆਤਮਿਕ ਜੋਤ, ਸ਼ਬਦ ਅਵਤਾਰ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਜਾਗਤ ਜੋਤ ਜਪੈ ਨਿਸ ਵਸਰ ਏਕ ਬਿਨਾ ਮਨ ਨਾਇਕ ਨਨ। ਉਸ ਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਾਂ ਸਾਰੇ ਜੁੜੇ ਹਾਂ। ਮਹਾਰਾਜ ਜੀ ਫਰਮਾਨ ਕਰਦੇ ਨੇ, ਬਾਰੀ ਆਪੋ ਆਪਣੀ ਕੋਈ ਨਾ ਬਦਤੀ।
ਰਾਣਾ ਰਾਓ ਨਾ ਕੋ ਰਹਿ, ਵੱਡੇ ਵੱਡੇ ਰਾਜੇ ਮਹਾਰਾਜੇ ਹੋਏ। ਸਮੇਂ ਅਨੁਸਾਰ ਜਦੋਂ ਜਦੋਂ ਕਿਸੇ ਦਾ ਸਮਾਂ ਆਇਆ, ਉਸ ਵਕਤ ਇਹਨਾਂ ਨੇ ਜਗਤ ਸੰਸਾਰ ਤੋਂ ਚਲੇ ਜਾਣਾ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਨ ਕਰਦੇ ਹਨ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਬਚਪਨ ਆਇਆ, ਜਵਾਨੀ ਆਈ, ਬੁਢਾਪਾ ਆਇਆ। ਬੁਢਾਪੇ ਤੋਂ ਅੱਗੇ ਕੋਈ ਜੀਵਨ ਨਹੀਂ ਹੈ। ਪੁੱਛੋ, ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ, ਨੈਨੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧਵਾਨੀ। ਨੈਨੋ ਨੀਰ, ਅੱਖਾਂ ਵਿੱਚੋਂ ਨੀਰ ਵਹਿੰਦਾ ਹੈ। ਨੈਨੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧਵਾਨੀ। ਕਹਿੰਦੇ ਤੈਨੂੰ ਕੱਲੇ ਕੱਲੇ ਸੰਦੇਸੇ ਆਉਣ ਲੱਗ ਗਏ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਪਹਿਲਾਂ ਬਚਪਨ ਆਇਆ, ਬੱਚੇ ਨੇ ਜਨਮ ਲਿਆ, ਮਨੁੱਖ ਨੇ ਜਨਮ ਧਾਰਨ ਕੀਤਾ, ਮਤ ਲੋਕ ਦੀ ਧਰਤੀ ਉੱਤੇ ਆਇਆ। ਵੱਡੇ ਪੁੰਨ ਕਰਮ ਕਰਕੇ, ਪਤਾ ਨਹੀਂ ਕਿੱਡੇ ਕੁ ਵੱਡੇ ਪੁੰਨ ਕੀਤੇ ਨੇ, ਜਿਨ੍ਹਾਂ ਕਰਕੇ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਭਗਤ ਕਬੀਰ ਜੀ ਫਰਮਾਨ ਕਰਦੇ ਹਨ, ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੰਬਾਰ। ਜਿਉ ਬਨਫਲ ਪੱਕੇ ਭੋਈ ਗਿਰੈ, ਬਾਹਰ ਨਾ ਲਾਗੈ ਡਾਰ। ਕਹਿੰਦੇ ਇੰਨਾ ਕੁ ਪੁੰਨ ਕਰਮ ਕੀਤਾ ਹੈ, ਇੰਨੇ ਕੁ ਪੁੰਨ ਕਰਮ ਕਰਕੇ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਭਗਤ ਕਬੀਰ ਜੀ ਕਹਿੰਦੇ ਕਿੰਨਾ ਕੁ ਸਮਾਂ ਲੱਗ ਜਾਂਦਾ, ਜਿਵੇਂ ਇੱਕ ਦਰਖਤ ਦੇ ਨਾਲੋਂ ਫਲ ਟੁੱਟ ਕੇ ਥੱਲੇ ਡਿੱਗ ਪਿਆ, ਉਹਨੂੰ ਲੱਗਣ ਵਾਸਤੇ ਫਿਰ ਬੜੇ ਸਮੇਂ ਦੀ ਲੋੜ ਹੈ। ਪਹਿਲਾਂ ਉਹ ਦਰਖਤ ਆਪਣੇ ਆਪ ਧਰਤੀ ਵਿੱਚ ਗਾਲ ਦੇਵੇਗਾ, ਫਿਰ ਉਹਦੇ ਵਿੱਚ ਛੋਟਾ ਦਰਖਤ ਪੈਦਾ ਹੋਵੇਗਾ, ਫਿਰ ਵੱਡਾ, ਫਿਰ ਫੁੱਲ ਲੱਗਣਗੇ, ਫਿਰ ਫਲ ਲੱਗਣਗੇ, ਫਿਰ ਕਿਤੇ ਜਾ ਕੇ ਫਲ ਪੱਕੂਗਾ। ਭਗਤ ਕਬੀਰ ਜੀ ਕਹਿੰਦੇ, ਦੇਖ ਮਨੁੱਖੋ, ਇੰਨਾ ਜਿਹੜਾ ਉਹ ਕਰਮ ਕਰਕੇ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਪਰ ਤੂੰ ਇਸ ਮਨੁੱਖਾ ਦੇਹੀ ਦੀ ਅੱਜ ਕਦਰ ਨਹੀਂ ਕਰ ਰਿਹਾ। ਤੈਨੂੰ ਪਤਾ ਨਹੀਂ ਕਾਹਦੇ ਵਾਸਤੇ ਮਿਲੀ ਹੈ। ਜੇ ਤੈਨੂੰ ਨਹੀਂ ਪਤਾ ਤਾਂ ਫਿਰ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛ ਲਓ। ਧਾਗਾ ਪਾਉਂਦੇ ਪਾਉਂਦੇ ਖੱਡੀ ਦਾ ਕੰਮ ਕਰਦੇ ਸੀ, ਰੋਣ ਲੱਗ ਪਏ ਭਗਤ ਕਬੀਰ ਜੀ ਉੱਚੀ ਉੱਚੀ। ਮਾਤਾ ਜੀ ਨੇ ਕਿਹਾ, ਭਗਤ ਜੀ ਕਿਉਂ ਰੋਂਦੇ ਹੋ? ਕਹਿੰਦੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੇਰਾ ਇੱਕ ਸਵਾਸ ਬਿਰਥਾ ਜਾਂਦਾ, ਇੱਕ ਸਵਾਸ। ਜਦੋਂ ਮੈਂ ਨਲਕੀ ਵਿੱਚ ਪਾ ਕੇ ਤਾਗਾ ਖਿੱਚਦਾ ਨਾ, ਸਰਾਕਾ ਮਾਰ ਕੇ, ਕਹਿੰਦੇ ਉਦੋਂ ਮੇਰਾ ਇੱਕ ਸਵਾਸ ਨਾਮ ਤੋਂ ਬਿਨਾਂ ਬਿਰਥਾ ਚੱਲਿਆ ਜਾਂਦਾ ਹੈ। ਜਦੋਂ ਮੈਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਗਿਆ, ਉੱਥੇ ਜਾ ਕੇ ਮੈਨੂੰ ਪੁੱਛਿਆ ਜਾਣਾ, ਤੇਰਾ ਇੱਕ ਇੱਕ ਸਵਾਸ ਜਿਹੜਾ ਨਾ, ਇਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਿਰਥਾ ਚੱਲਿਆ ਗਿਆ। ਦੱਸ ਇਹਦਾ ਹਿਸਾਬ ਕਿਤਾਬ। ਦੇਖੋ ਭਗਤ ਕਬੀਰ ਜੀ ਇੱਕ ਸਵਾਸ ਦੇ ਬਦਲੇ ਰੋਂਦੇ ਨੇ, ਸਾਡੇ ਲੱਖਾਂ ਸਵਾਸ ਰੋਜ਼ ਦੇ। ਵਿਦਵਾਨ ਲਿਖਦਾ ਬੜਾ ਸੁੰਦਰ ਪਿਆਰ ਵਿੱਚ, ਉਹ ਕਹਿੰਦੇ, ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਵੇਂ ਜੀਵੇ। ਕਿਸੇ ਮਨੁੱਖ ਦੇ 10 ਰੁਪਈਏ ਡਿੱਗ ਪੈਣ, 20 ਡਿੱਗ ਪੈਣ, 30 ਡਿੱਗ ਪੈਣ, ਸਾਰਾ ਘਰ ਦੀ ਮਿੱਟੀ ਤੇ ਕਰਸ਼ਾਨ ਦਿੰਦਾ ਹੈ। ਪਰ ਭਗਤ ਕਬੀਰ ਜੀ ਕਹਿਣ ਲੱਗੇ, ਉਹ ਤੇਰੇ 24,000 ਸਵਾਸ ਰੋਜ਼ ਦੇ ਜਾ ਰਹੇ ਨੇ, ਇਸ ਥੈਲੇ ਦੇ ਵਿੱਚੋਂ 24,000 ਸਵਾਸ ਨਿਕਲ ਰਹੇ ਨੇ। 24,000 ਸਵਾਸ ਬੰਦੇ ਕੋ ਅਣਦਿਨ ਮੂਲ ਨਾ ਥੀਵੇ। ਕਹਿੰਦੇ ਤੇਰੇ 24,000 ਜਿਹੜੇ ਉਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਿਰਥੇ ਜਾ ਰਿਹਾ ਹੈ। ਕੋਈ ਮਨੁੱਖ ਨਹੀਂ ਇਹ ਬਾਂਹ ਖੜੀ ਕਰਕੇ ਕਹਿ ਸਕਦਾ ਮੇਰੇ ਸਾਰੇ ਸਵਾਸ ਜਿਹੜੇ ਉਹ ਪਵਿੱਤਰ ਹੈ। ਜੇ ਪਰਮਾਤਮਾ ਨੇ 100 ਸਾਲ ਦੀ ਉਮਰ ਦੇ ਦਿੱਤੀ ਤਾਂ 50 ਸਾਲੇ ਦੇ ਸਿੱਧਮ ਸਿੱਧੇ ਸੁੱਤਿਆਂ ਦੇ ਲੰਘ ਗਏ। 100 ਕੇ ਲੰਘਾ ਦਿੱਤੇ, 50 ਸਾਲ ਦੇ ਸਿੱਧਮ ਸਿੱਧੇ। ਤੇ ਉਦੋਂ ਬਾਅਦ ਫਿਰ ਦੇਖ ਲਓ, ਦਿਨੇ ਕੰਮ ਧੰਦਾ, ਰਾਤ ਜੇ ਸੋਵੈ ਦਿਨ ਕਰੇ ਕਾਮ। ਮਹਾਰਾਜ ਜੀ ਕਹਿਣ ਲੱਗੇ, ਰਾਤ ਨੂੰ ਸੌਂਦਾ ਹੈ ਤੇ ਦਿਨੇ ਕੰਮ ਕਰਦਾ ਹੈ। ਰਾਤ ਜੇ ਸੋਵੈ ਦਿਨ ਕਰੇ ਕਾਮ, ਇੱਕ ਖਿਨ ਲੇਹ ਨਾ ਹਰ ਕੋ ਨਾਮ। ਕਹਿੰਦੇ ਦੱਸ ਤੂੰ ਕਿੰਨਾ ਕੁ ਚਿਰ ਪਰਮਾਤਮਾ ਦਾ ਨਾਮ ਜਪਦਾ ਹੈ? ਭਗਤ ਕਬੀਰ ਜੀ ਕਹਿੰਦੇ ਉਦੋਂ ਵਾਅਦਾ ਕਰਕੇ ਆਇਆ ਸੀ ਮੈਂ 2.5 ਘੰਟੇ ਜਪੂੰਗਾ, ਵੀ ਸਵਾ ਘੰਟਾ ਸੁਬਾਹ ਤੇ ਸਵਾ ਘੰਟਾ ਸ਼ਾਮ ਨੂੰ, 2.5 ਘੰਟੇ ਬਣ ਕੇ ਤੇਰਾ ਦਸਬੰਧ ਹੈ ਇਹ ਵਿਸ਼ਵਾਸਾਂ ਦਾ, ਤੇ ਤੇਰਾ ਮਾਇਆ ਦਾ ਵੀ ਦਸਬੰਧ ਹੈ, ਤੇ ਤੇਰਾ ਸਵਾਸਾਂ ਦਾ ਦਸਬੰਧ ਇੰਨਾ ਕੁ 2.5 ਘੰਟਿਆਂ ਦਾ ਬਣਦਾ ਹੈ। ਮਨੁੱਖ ਤੂੰ ਤੇਰੇ ਕੋਲ ਸਮਾਂ ਬਹੁਤ ਘੱਟ ਹੈ। ਕਿਉਂ? ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਪਰਮਾਤਮਾ ਨੂੰ ਮਿਲਣ ਦੀ ਆਹੀ ਵਾਰੀ ਹੈ। ਕਿਹੜੀ? ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਇਹੋ ਤੇਰੀ ਬਾਰੀ ਜੀ ਗੋਬਿੰਦ ਮਿਲਣ ਦੀ, ਬੰਦਿਆ ਇਹੋ ਤੇਰੀ ਵਾਰੀ ਹੈ, ਗੋਬਿੰਦ ਮਿਲਣ ਦੀ, ਇਹੋ ਤੇਰੀ ਵਾਰੀ ਹੈ,
प्यारिया हो तेरी बारी है गोविंद मिलन दी हो तेरी बारी है गोविंद मिलन दी हो तेरी बारी है गोविंद मिलन गोविंद मिलन दी ओ तेरी बारी है गोविंद मिलन दी ओ तेरी बारी है गोविंद मिलन दी हो तेरी बारी है गोविंद मिलन दी हो तेरी बारी है गोविंद मिलन दी हो तेरी बारी है जिए हो तेरी बारी है गोविंद मिलन दी प्यारिया हो तेरी बारी है गोविंद मिलन दी गोविंद मिलन दी प्यारिया हो तेरी बारी है गोविंद मिलन दी हो बारी है गोविंद मिलन दी हो तेरी बारी है गोविंद मिलन भई प्राप्त मानुख दी हरिया गोविंद मिलन की ਇਹੋ ਤੇਰੀ ਵਾਰੀ ਆ ਵਾਰੀ ਇੱਕ ਪਰਮਾਤਮਾ ਨੂੰ ਮਿਲਣ ਦੀ ਜਿਸ ਨੂੰ ਮਨੁੱਖਾ ਦੇਹੀ ਦੀ ਕਦਰ ਪਤਾ ਲੱਗ ਗਿਆ ਵੀ ਇੰਨਾ ਜਿਹੜੀ ਵੱਡਮੁੱਲੀ ਦਾਤ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਜਿਸ ਮਨੁੱਖਾ ਦੇਹੀ ਨੂੰ ਅੱਜ ਦਾ ਜਿਹੜਾ ਇਹ ਮਨੁੱਖ ਹੈ ਬੰਦਾ ਹੈ ਕੌਡੀਆਂ ਦੇ ਭਾਅ ਇਸ ਤਰ੍ਹਾਂ ਇਹ ਮਿੰਟਾਂ 'ਚ ਦੀ ਗਵਾ ਕੇ ਚਲਿਆ ਜਾਂਦਾ ਹੈ ਪਰ ਜਦੋਂ ਜਦੋਂ ਕਿਸੇ ਦੀ ਵਾਰੀ ਆ ਗਈ ਹਾਂ ਉਸ ਵਕਤ ਤਾਂ ਜਾਣਾ ਹੀ ਜਾਣਾ ਹੈ ਪਰ ਕਈ ਆ ਤੁਹਾਡੇ ਸਾਹਮਣੇ ਦੇਖੋ ਕਿਹੋ ਜਿਹੇ ਕੇਸ ਹੋਏ ਨੇ ਜਿਹੜੇ ਇੱਕ ਮਿੰਟ 'ਚ ਦੀ ਮਨੁੱਖ ਜਗ ਸੰਸਾਰ ਤੋਂ ਆਪਣੀ ਜਾਨ ਗਵਾ ਕੇ ਚਲਿਆ ਗਿਆ ਭਗਤ ਕਬੀਰ ਜੀ ਕਹਿੰਦੇ ਬੜੀ ਵੱਡਮੁੱਲੀ ਦਾਤ ਹੈ ਜਿਹਨੂੰ ਪਤਾ ਲੱਗ ਗਿਆ ਵੀ ਇਹ ਮਨੁੱਖਾ ਦੇਹੀ ਇਦੋਂ ਬਾਅਦ 7.5 ਅਰਬ ਹਜ਼ਾਰ ਸਾਲ ਬਾਅਦ ਮਿਲਣੀ ਹੈ ਕਿਤੇ ਐਵੇਂ ਨਹੀਂ ਵੀ ਐ ਜਦੋਂ ਆ ਬੰਦਾ ਮਰ ਗਿਆ ਅਗਲੀ ਜਨਮ ਫੇਰ ਉਹਨੂੰ ਕਿਤੇ ਪ੍ਰਾਪਤ ਹੋ ਜਾਂਦਾ ਨਹੀਂ ਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬਿਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਲ ਇਹ ਦੇਹ ਸੰਜਾਰੀਓ ਰਾਜਾ ਰਾਜ ਜਿਹੜਾ ਨਾ ਉਹ ਜੰਗਲ ਦੇ ਵਿੱਚ ਗਿਆ ਸ਼ਿਕਾਰ ਖੇਡਣ ਵਾਸਤੇ ਗਰਮੀ ਦਾ ਮਹੀਨਾ ਸੀ ਬਹੁਤੀ ਜ਼ਿਆਦਾ ਪਿਆਸ ਲੱਗੀ ਜਿਹੜੀ ਉਹਦੀ ਫੌਜ ਸੀ ਸੈਨਾ ਸੀ ਸਾਰੀ ਪਿੱਛੇ ਰਹਿ ਗਈ ਰਾਜੇ ਕੋਲੇ ਧਨ ਬੜਾ ਹੈ ਸੋਨਾ ਹੀ ਸੋਨਾ ਪਾਇਆ ਰਾਜੇ ਦੇ ਸਾਰੀ ਫੌਜ ਜਿਤਨੀ ਸੀ ਉਹ ਪਿੱਛੇ ਰਹਿ ਗਈ ਅੱਗੇ ਰਾਜਾ ਜੰਗਲ ਦੇ ਵਿੱਚ ਲੰਘਿਆ ਦੇਖਿਆ ਬੜੀ ਪਿਆਸ ਲੱਗੀ ਹੈ ਜੀਭ ਸੁੱਕ ਕੇ ਤਾਲੂਏ ਨਾਲ ਲੱਗ ਰਹੀ ਹੈ ਧਨ ਪਦਾਰਥ ਕੋਲੇ ਬਹੁਤ ਹੈ ਪਰ ਗੁਰੂ ਸਾਹਿਬ ਜੀ ਕੀ ਕਹਿੰਦੇ ਸੁੱਖ ਨਾਹੀਂ ਬਹੁਤੇ ਧਨ ਖਾਟੇ ਕਹਿੰਦੇ ਧਨ ਦੇ ਨਾਲ ਸੁੱਖ ਨਹੀਂ ਖਰੀਦੇ ਜਾ ਸਕਦੇ ਵਸਤੂ ਖਰੀਦੀ ਜਾ ਸਕਦੀ ਹੈ ਕੋਈ ਵੀ ਚੀਜ਼ ਹੈ ਤੁਸੀਂ ਖਰੀਦ ਲਓਗੇ ਮਹਿੰਗੀ ਤੋਂ ਮਹਿੰਗੀ ਵੀ ਖਰੀਦ ਲਾਂਗੇ ਜੇ ਆਪਣੇ ਕੋਲ 4 ਪੈਸੇ ਨਹੀਂ ਨਾ ਆਪਾਂ ਕਿਸੇ ਤੋਂ ਫੜ ਕੇ ਕਹਿ ਦਾਂਗੇ ਵੀ ਸਾਨੂੰ ਆਹ ਜਿਹੜੀ ਐਸੀ ਚੀਜ਼ ਲੈਣੀ ਹੈ ਸਾਨੂੰ ਪੈਸੇ ਧਾਰੇ ਦੇ ਦੇ ਮਿਲ ਜੂਗੀ ਪਰ ਇੱਕ ਪਾਸੇ ਦੁਨੀਆ ਦਾ ਧਨ ਹੋਵੇ ਮਹਾਰਾਜ ਜੀ ਕਹਿੰਦੇ ਇੱਕ ਪਾਸੇ ਸੁੱਖ ਹੋਵੇ ਸੁੱਖ ਵੀ ਅਸੀਂ ਆਹ ਸੁੱਖ ਜਿਹੜਾ ਧਨ ਦੇ ਬਦਲੇ ਖਰੀਦਣਾ ਮਹਾਰਾਜ ਜੀ ਕਹਿਣ ਲੱਗੇ ਨਹੀਂ ਖਰੀਦਿਆ ਜਾਣਾ ਸੁੱਖ ਨਾਹੀਂ ਬਹੁਤੇ ਧਨ ਖਾਟੇ ਬਹੁਤੇ ਧਨ ਕਰਕੇ ਸੁੱਖ ਨਹੀਂ ਖਰੀਦੇ ਜਾ ਸਕਦੇ ਤੇ ਇਹਨਾਂ ਵਸਤੂਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੁੱਖ ਨਹੀਂ ਹੈ ਜਿਹੜੀਆਂ ਵਸਤੂਆਂ ਦਿਖਣ ਵਾਲੀਆਂ ਨੇ ਨਾ ਇਹਨਾਂ ਵਿੱਚ ਸੁੱਖ ਨਹੀਂ ਹੈ ਕਿੰਨੇ ਕੁ ਚਿਰ ਦਾ ਜਿੰਨਾ ਕੁ ਚਿਰ ਗੱਡੀ ਵਿੱਚ ਬੈਠੇ ਉਹਨਾਂ ਕੁ ਚਿਰ ਸੁੱਖ ਹੈ ਆਰਾਮ ਹੈ ਉਹਨਾਂ ਕੁ ਚਿਰ ਵਧੀਆ ਵਸਤਰ ਪਾ ਲਏ ਜਿੰਨੇ ਪਾਏ ਉਹਨਾਂ ਕੁ ਚਿਰ ਆਰਾਮ ਹੈ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇੱਕ ਸਦੀਵੀ ਸੁੱਖ ਹੈ ਜਾਓ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਕਹਿੰਦੇ ਇੱਕ ਸਦਾ ਵਾਸਤੇ ਸੁੱਖ ਹੈ ਉਹ ਕਿਹਨਾਂ ਕੋਲੇ ਹੈ ਉਹ ਗੁਰੂ ਸਾਹਿਬ ਕੋਲੇ ਹੈ ਗੁਰੂ ਦੇ ਪਵਿੱਤਰ ਚਰਨਾਂ ਦੇ ਵਿੱਚੋਂ ਮਿਲ ਜੂਗਾ
ਹੁਣ ਵਕਤੇ ਅਖੀਰ ਰਾਜਾ ਅੱਗੇ ਲੰਘ ਗਿਆ, ਦੇਖਿਆ ਪਿਆਸ ਜਿਹੜੀ ਬਹੁਤੀ ਵੱਧਦੀ ਜਾਂਦੀ ਹੈ। ਇੱਕ ਕੋਈ ਲੱਕੜਹਾਰਾ ਲੱਕੜਾਂ ਵੱਢ ਰਿਹਾ ਹੈ। ਜਾ ਕੇ ਰਾਜੇ ਨੇ ਉਸ ਲੱਕੜਹਾਰੇ ਦੇ ਕੋਲੇ ਖੜ ਕੇ ਕਿਹਾ, ਭਰਾਵਾ ਮੈਨੂੰ ਪਾਣੀ ਪਿਆ ਦੇ। ਉਹਨੇ ਦੇਖਿਆ ਰਾਜਾ ਇਸ ਸਮੇਂ ਦਾ, ਸਾਡੇ ਸ਼ਹਿਰ ਦਾ ਰਾਜਾ ਹੈ। ਉਹਨੇ ਫਟਾਫਟ ਜਿਹੜੀ ਉਹ ਠੰਡੇ ਪਾਣੀ ਵਾਲੀ ਝਾਰੀ ਪਈ ਸੀ ਉਹਦੇ ਕੋਲੇ ਲਿਆ ਕੇ ਅੱਗੇ ਰੱਖ ਦਿੱਤੀ। ਆ ਸਕੋ ਜਨਾਬ, ਪਾਣੀ ਹਾਜ਼ਰ ਹੈ ਤੁਹਾਡੇ ਵਾਸਤੇ। ਰਾਜੇ ਨੇ ਪਾਣੀ ਪੀਤਾ, ਆਨੰਦ ਵੱਜ ਗਿਆ ਕੁਝ। ਰਾਜੇ ਨੇ ਕਹਿਤਾ, ਇਉਂ ਕਰੀ, ਤੂੰ ਸਾਡੇ ਸ਼ਹਿਰ ਦਾ ਇੱਕ ਜਿਹੜਾ ਸਭ ਤੋਂ ਗਰੀਬ ਬੰਦਾ, ਲੱਕੜਾਂ ਕੱਟ ਕੇ ਆਪਣਾ ਜਿਹੜਾ ਕੰਮ ਧੰਦਾ ਕਰਦਾ ਤੂੰ, ਇਉਂ ਕਰੀ ਕੱਲ੍ਹ ਨੂੰ ਮੇਰੇ ਰਾਜ ਦਰਬਾਰ ਵਿੱਚ ਆ ਜੀ, ਤੈਨੂੰ ਮੈਂ ਮੂੰਹ ਮੰਗਿਆ ਨਾਮ ਦੇਵਾਂਗਾ। ਹੁਣ ਮੈਂ ਤੈਨੂੰ ਕੀ ਦੇਵਾਂ, ਸੋਨਾ ਮੇਰੇ ਕੋਲੇ ਬਹੁਤ ਹੈ, ਧਨ ਪਦਾਰਥ ਵੀ ਹੈ, ਹੀਰੇ ਜਵਾਹਰਾਤ ਵੀ ਹੈ, ਸਭ ਕੁਝ ਹੈ, ਪਰ ਤੈਂ ਅੱਜ ਮੇਰੀ ਜਾਨ ਬਚਾ ਦਿੱਤੀ। ਮੇਰਾ ਜੀ ਕਰਦਾ ਤੈਨੂੰ ਵਧੀਆ ਤੋਂ ਵਧੀਆ ਵਸਤੂ ਦੇਵਾਂ, ਜਿਹਦੇ ਨਾਲ ਤੂੰ ਕੱਲਾ ਨਹੀਂ, ਤੇਰੀਆਂ ਆਉਣ ਵਾਲੀਆਂ 7-8 ਪੁਸ਼ਤਾਂ ਬੈਠ ਕੇ ਖਾਈ ਜਾਣ। ਉਹ ਕਹਿਣ ਲੱਗਿਆ, ਜੀ ਠੀਕ ਹੈ। ਅੰਮ੍ਰਿਤ ਵੇਲਾ ਹੋਇਆ, ਰਾਜੇ ਦੇ ਦਰਬਾਰ ਦੇ ਵਿੱਚ ਲੱਕੜਹਾਰਾ ਚਰਿਆ ਗਿਆ। ਰਾਜਾ ਖੁਸ਼ ਹੋ ਗਿਆ ਵੇਖ ਕੇ। ਜਦੋਂ ਖੁਸ਼ ਹੋ ਗਿਆ, ਤੂੰ ਕੱਲ੍ਹ ਵਾਲਾ ਹੀ ਹੈ? ਹਾਂ ਸਰਕਾਰ, ਮੈਂ ਕੱਲ੍ਹ ਵਾਲਾ ਹੀ ਹੈ। ਲਿਆ ਚੰਗਾ ਜਾ, ਤੈਨੂੰ ਮੈਂ ਦੇਵਾਂ ਕੋਈ ਵਸਤੂ। ਕੀ? ਆਪਣੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ, ਮੰਤਰੀਆਂ ਨੂੰ, ਸਭ ਨੂੰ ਕੋਲ ਬੁਲਾ ਲਿਆ। ਐਂ ਕਰੋ, ਇਸ ਗਰੀਬ ਲੱਕੜਹਾਰੇ ਨੂੰ ਜਿਹੜਾ ਆਪਣਾ ਚੰਦਨ ਦਾ ਬਾਗ ਹੈ ਨਾ, ਸਭ ਤੋਂ ਵਧੀਆ ਚੰਦਨ ਦਾ ਬਾਗ, ਉਹ ਸਾਰੇ ਦਾ ਸਾਰਾ ਇਸ ਗਰੀਬ ਨੂੰ ਦੇ ਦਿਓ। ਮਹਾਰਾਜ ਜੀ ਕਹਿੰਦੇ, ਭਗਤ ਕਬੀਰ ਜੀ ਕਹਿੰਦੇ, ਚੰਦਨ ਕਾ ਬਿਰਬਾ ਭਲਾ ਵੇੜੋ ਢਾਕ ਪਲਾਸ। ਕਹਿੰਦੇ ਸਭ ਤੋਂ ਜਿਹੜੀ ਚੰਦਨ ਦੀ ਲੱਕੜ ਮਹਿੰਗੀ ਹੈ, ਪਰ 52 ਉਂਗਲ ਤੋਂ ਵੱਡਾ ਚੰਦਨ ਨਹੀਂ ਹੁੰਦਾ, ਜਿਹਨੂੰ 52 ਚੰਦਰ ਆਖਿਆ ਜਾਂਦਾ। ਮਹਾਰਾਜ ਜੀ ਕਹਿਣ ਲੱਗੇ 52 ਉਂਗਲ ਤੋਂ ਵੱਡਾ ਚੰਦਨ ਨਹੀਂ ਹੁੰਦਾ, ਤੇ ਉਹ ਚੰਦਨ ਦਾ ਜਿਹੜਾ ਬਾਗ ਹੈ ਸਾਰੇ ਦਾ ਸਾਰਾ ਜਿਹੜਾ ਲੱਕੜਹਾਰੇ ਨੂੰ ਦੇ ਦਿਓ। ਭਗਤ ਕਬੀਰ ਜੀ ਕਹਿੰਦੇ ਉਹ ਲੱਕੜਹਾਰੇ ਨੂੰ ਸਾਰਾ ਬਾਗ ਦੇ ਦਿੱਤਾ। ਬਾਗ ਦੇਖ ਕੇ ਲੱਕੜਹਾਰਾ ਖੁਸ਼ ਹੋ ਗਿਆ, ਪਰ ਇਹ ਨਹੀਂ ਪਤਾ ਵੀ ਇਹ ਸਭ ਤੋਂ ਮਹਿੰਗੀ ਲੱਕੜ ਹੈ। ਉਹ ਕਹਿੰਦਾ ਅੱਗੇ ਚਲੋ ਜੰਗਲ ਵਿੱਚ ਜਾਂਦੇ ਲੱਕੜਾਂ ਲੈਣ ਵਾਸਤੇ। ਮੈਨੂੰ ਰਾਜੇ ਨੇ ਬਾਗ ਦਿੱਤਾ, ਹੁਣ ਤਾਂ ਮੌਜਾਂ ਬਣ ਗਈਆਂ ਆਪਾਂ ਨੂੰ, ਪਰ ਅਸਲ ਤੱਤ ਵਸਤੂ ਦਾ ਨਹੀਂ ਪਤਾ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਸਗਲ ਬਨਸਪਤ ਮੈਂ ਵਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਕਹਿੰਦੇ ਉਸ ਲੱਕੜਹਾਰੇ ਨੂੰ ਇਹ ਨਹੀਂ ਪਤਾ ਵੀ ਸਭ ਤੋਂ ਮਹਿੰਗੀ ਚੀਜ਼ ਹੈ। ਲੱਕੜਹਾਰੇ ਨੇ ਤੜਕੀ ਪਹਾੜਾ ਚੱਕ ਲਿਆ ਕਰੇ, ਲੱਕੜਾ ਵੱਢ ਲਿਆਇਆ ਕਰੇ, ਲਿਆ ਕੇ ਵੱਢ ਕੇ ਕੋਲੇ ਬਣਾ ਕੇ ਉਹਦੇ ਨਾਲ ਅੰਦਰ ਆਪਣਾ ਕੋਠਾ ਭਰੀ ਗਿਆ। ਕਾਫੀ ਸਮਾਂ ਬਤੀਤ ਹੋ ਗਿਆ, ਉਧਰੋਂ ਰਾਜਾ ਬਿਰਧ ਹੋ ਗਿਆ। ਰਾਜੇ ਨੇ ਆਪਣੇ ਪੁੱਤਰ ਨੂੰ ਰਾਜ ਤਿਲਕ ਦੇਣਾ ਸੀ। ਉੱਥੇ ਚੰਦਨ ਦੀ ਲੋੜ ਪੈਂਦੀ ਹੈ, ਕਿਉਂਕਿ ਚੰਦਨ ਠੰਡਾ ਹੁੰਦਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਿਹੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਹਿ ਚੰਦਲੰ ਸੀਤੰ ਦੇਵੈ, ਨਹਿ ਸੀਤਲੰ ਸਾਧ, ਨਹਿ ਸੀਤਲੰ ਚੰਦਨ ਦੇਵੈ, ਸੀਤਲੰ ਸੀਤਲ ਤੇਣ ਨਾਨਕ, ਸੀਤਲੰ ਸਾਧ ਸਵੱਜਨ। ਮਹਾਰਾਜ ਜੀ ਕਹਿਣ ਲੱਗੇ ਚੰਦਨ ਸਭ ਤੋਂ ਠੰਡਾ ਮੰਨਿਆ ਗਿਆ ਹੈ, ਪਰ ਮਹਾਰਾਜ ਜੀ ਕਹਿੰਦੇ ਇਹ ਤਾਂ ਚੰਦਨ ਤਾਂ ਕੋਈ ਠੰਡਾ ਨਹੀਂ ਹੈ, ਇਹਦੇ ਨੂੰ ਸੀਤਲਤਾ ਜਿਹੜੀ ਹੈ ਨਾ, ਉਹ ਮੇਰੇ ਗੁਰਸਿੱਖ ਦੇ ਵਿੱਚ ਹੈ। ਹੁਣ ਚੰਦਨ ਦੀਆਂ ਲੱਕੜਾਂ ਵੱਢ ਵੱਢ ਕੇ ਕੋਲੇ ਬਣਾਤੇ। ਰਾਜੇ ਨੇ ਰਾਜ ਤਖਤ ਦੇਣਾ ਸੀ ਆਪਣੇ ਪੁੱਤਰ ਨੂੰ, ਅੱਗੇ ਉਹਦੇ ਵਿੱਚ ਚੰਦਨ ਦੀ ਲੋੜ ਪਈ। ਵਜ਼ੀਰਾਂ ਨੂੰ ਕਿਹਾ, ਜਾਓ ਉਸ ਲੱਕੜਹਾਰੇ ਤੋਂ ਚੰਦਨ ਦੀ ਥੋੜੀ ਜਿਹੀ ਲੱਕੜ ਲੈ ਕੇ ਆਓ, ਤੇ ਦੁੱਗਣਾ ਤਿੱਗਣਾ ਧਨ ਦੇ ਦਿਓ, ਥੋੜਾ ਨਾ ਦਿਓ ਉਸ ਨੂੰ, ਉਹਨੇ ਮੇਰੇ ਤੇ ਪਰਉਪਕਾਰ ਕੀਤਾ। ਲੱਕੜਹਾਰੇ ਕੋਲੇ ਗਏ, ਜਾ ਕੇ ਪੁੱਛਣ ਲੱਗੇ, ਭਰਾਵਾ ਅੱਜ ਰਾਜੇ ਨੇ ਆਪਣੇ ਪੁੱਤਰ ਨੂੰ ਰਾਜ ਤਿਲਕ ਦੇਣਾ, ਉਹਨੂੰ ਚੰਦਨ ਦੀ ਥੋੜੀ ਜਿਹੀ ਲੋੜ ਹੈ, ਤੇ ਤੇਰੇ ਕੋਲੇ ਚੰਦਨ ਹੈ? ਲੱਕੜਹਾਰੇ ਨੂੰ ਵਿਚਾਰੇ ਨੂੰ ਪਤਾ ਨਹੀਂ, ਜਿਨ੍ਹਾਂ ਨੂੰ ਮਨੁੱਖਾ ਦੇਹ ਦੀ ਮੈਂ ਅੱਜ ਕਰਦਾ ਹਾਂ। ਉਹ ਕਹਿੰਦਾ ਕਿਹੜੇ ਚੰਦਨ ਦੀ ਗੱਲ ਕਰਦੇ ਹੋ? ਕਹਿੰਦੇ ਜਿਹੜਾ ਤੈਨੂੰ ਚੰਦਨ ਦਾ ਬਾਗ ਦਿੱਤਾ ਸੀ ਨਾ, ਉਹ ਏਡੀ ਬੇਕੀਮਤੀ ਕੀ ਚੀਜ਼ ਸੀ, ਤੇਰੀਆਂ 7 ਪੁਸ਼ਤਾਂ ਬੈਠ ਕੇ ਛਕੀ ਜਾਂਦੀਆਂ, ਮੁੱਕਣਾ ਨਹੀਂ। ਉਹ ਕਹਿਣ ਲੱਗੇ ਅੱਛਾ, ਉਹ ਤਾਂ ਮੈਂ ਸਾਰਾ ਵੱਢ ਕੇ ਫੂਕ ਕੇ ਉਹਦੇ ਆ ਕੋਲੇ ਬਣਾ ਕੇ ਕਮਰਾ ਭਰੀ ਬੈਠਾ। ਓਹੋ, ਵਜ਼ੀਰ ਨੇ ਮੱਥੇ 'ਤੇ ਹੱਥ ਮਾਰਿਆ। ਓਏ ਭੁੱਲੜਾ, ਤੈਨੂੰ ਪਤਾ ਨਹੀਂ ਹੈ ਇੰਨੀ ਮਹਿੰਗੀ ਚੀਜ਼ ਸੀ? ਕਹਿੰਦਾ ਨਹੀਂ ਮੈਨੂੰ ਨਹੀਂ ਪਤਾ। ਚੰਗਾ ਥੋੜੀ ਬਹੁਤੀ ਲੱਕੜ ਹੋਊ? ਕਹਿੰਦੇ ਹਾਂ, ਇੱਕ ਕਹਾੜਾ ਇਹਦੇ 'ਚ ਦਸਤਾ ਪਾਇਆ ਹੋਇਆ ਹੈ, ਬਸ ਇੰਨੀ ਕੁ ਲੱਕੜ ਹੈਗੀ ਹੈ ਮੇਰੇ ਕੋਲ। ਜਦੋਂ ਬਾਹਾ ਕੱਢ ਕੇ ਦਿੱਤਾ, ਦਸਤਾ ਕੱਢ ਕੇ ਦਿੱਤਾ, ਕਹਾੜੇ ਵਿੱਚੋਂ ਗੱਡੇ ਭਰ ਭਰ ਕੇ ਜਿਹੜੇ ਧਨ ਦੇ ਉਸ ਗਰੀਬ ਲੱਕੜਹਾਰੇ ਦੇ ਘਰ ਦੇ ਵਿੱਚ ਢੋ ਦਿੱਤੇ।
ਉਹ ਕਹਿੰਦਾ ਇੰਨੀ ਕੁ ਲੱਕੜ ਦੀ ਇੰਨੀ ਕੀਮਤ? ਕਹਿੰਦੇ ਹਾਂ, ਉਹ ਜਿਹੜੀ ਤਾਂ ਵੱਢ ਵੱਢ ਕੇ ਕੋਲੇ ਬਣਾਤੀ ਨਾ, ਉਹਦੇ ਨਾਲ ਤਾਂ ਤੂੰ ਬੈਠਾ ਹੀ ਛੱਕੀ ਜਾਣਾ ਸੀ, ਪਰ ਤੈਨੂੰ ਪਤਾ ਨਹੀਂ ਲੱਗਿਆ। ਸਾਰੇ ਵਜ਼ੀਰ ਅਹਿਲਕਾਰ ਕਹਿਣ ਲੱਗੇ, ਓਏ ਤੂੰ ਕਿਸੇ ਤੋਂ ਪੁੱਛ ਹੀ ਲੈਂਦਾ, ਮਨੁੱਖਾ ਦੇਹੀ ਦਾ ਕਿੱਡਾ ਕੁ ਵੱਡਾ ਜਿਹੜਾ ਫਰਜ਼ ਹੈ, ਕਾਹਦੇ ਵਾਸਤੇ ਦਿੱਤੀ ਹੈ। ਸਾਰੇ ਮੰਤਰੀਆਂ ਨੇ, ਵਜ਼ੀਰਾਂ ਨੇ ਕਿਹਾ, ਉਹ ਚੰਦਨ ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਚੰਦਨ ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਚੰਦਨ ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਚੰਦਨ ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਚੰਦਨ ਬਾਗ ਦੇ ਬਣਾ ਤੇ ਤੈਂ ਕੋਲੇ, ਕੀਤੀ ਨਾ ਵਿਚਾਰ ਗਾਫਲਾ। ਮਹਾਰਾਜ ਜੀ ਕਹਿੰਦੇ ਚੰਦਨ ਵਰਗੀ ਆ ਦਿਓਹਰੀ ਮਿਲੀ ਹੈ, ਜਿਸ ਦਿਓਹਰੀ ਨੂੰ ਅੱਜ ਦਾ ਮਨੁੱਖ ਬਸ ਉਹੀ ਰੇਤੇ ਦੇ ਭਾਅ ਐਂ ਸੁੱਟੀ ਜਾਂਦਾ। ਕੋਈ ਗੋਲੀਆਂ ਖਾ ਕੇ ਮਰ ਗਿਆ, ਕੋਈ ਸ਼ਰਾਬ ਪੀ ਕੇ ਮਰ ਗਿਆ, ਕੋਈ ਗੱਡੀ ਥੱਲੇ ਆ ਕੇ ਮਰ ਗਿਆ। ਪਰ ਜਦੋਂ ਇਹਨੂੰ ਕਦਰ ਦਾ ਪਤਾ ਲੱਗਿਆ ਨਾ ਵੀ ਇਹ ਨਹੀਂ ਵੀ ਇੱਧਰੋਂ ਮਰਿਆ ਤੇ ਇੱਧਰਲੇ ਪਾਸੇ ਪ੍ਰਗਟ ਹੋ ਗਿਆ, ਮਹਾਰਾਜ ਜੀ ਕਹਿਣ ਲੱਗੇ ਨਹੀਂ, ਫਿਰ ਟੇਢੀਆਂ ਨਖਿੱਧ ਜੂਨਾਂ ਨੇ ਜਿਹਦੇ ਵਿੱਚ ਦੀ ਮਨੁੱਖ ਨੂੰ ਭੜਕਣਾ ਪੈ ਜਾਂਦਾ ਹੈ। ਰਾਜਾ ਆਪਣੇ ਤਖਤ ਉੱਤੇ ਬੈਠਾ ਇੱਕ ਵਿਦਵਾਨ ਕਥਾ ਕਰਦਾ ਹੈ। ਆਪਾਂ ਵੀ ਇਹ ਗੱਲ ਪੁੱਛੀਏ ਜਿਹੜੀ ਮੈਂ ਵਾਰਤਾ ਤੁਹਾਡੇ ਨਾਲ ਸਾਂਝੀ ਕਰ ਲੱਗਿਆ। ਗੁਰੂ ਨੂੰ ਕਿਤੇ ਆ ਕੇ ਅੰਮ੍ਰਿਤ ਵੇਲੇ ਦਿਨੇ ਕਿਤੇ ਗੁਰੂ ਨੂੰ ਆ ਕੇ ਪੁੱਛੀਏ, ਸੱਚੇ ਪਾਤਸ਼ਾਹ ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਂ ਤੁਹਾਡੇ ਦੁਆਰੇ ਉੱਤੇ ਤੁਹਾਡੇ ਚਰਨਾਂ ਵਿੱਚ ਰੋਜ਼ ਆ ਕੇ ਹਾਜ਼ਰੀ ਭਰਦਾ ਹਾਂ। ਮਨੁੱਖਾਂ ਦੇ ਹੀ ਉਹਨਾਂ ਨੂੰ ਵੀ ਮਿਲੀ ਹੈ ਜਿਹੜੇ ਅੱਜ ਮੰਜਿਆਂ 'ਤੇ ਪਏ ਹਸਪਤਾਲਾਂ ਦੇ ਵਿੱਚ ਤੜਫਦੇ ਨੇ, ਉਹਨਾਂ ਨੂੰ ਵੀ ਮਨੁੱਖਾਂ ਦੇ ਹੀ ਮਿਲੀ ਹੈ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਜਾ ਕੇ ਪੁੱਛੋ ਜਿਹੜੇ ਅੱਜ ਮੰਜਿਆਂ ਉੱਤੇ ਪਏ ਤੜਫਦੇ ਨੇ, ਹਾਏ ਹਾਏ ਕਰਦੇ ਨੇ, ਤੇ ਸਾਨੂੰ ਵੀ ਮਨੁੱਖਾ ਦੇਹੀ ਕੰਚਨ ਵਰਗੀ ਭਇਓ ਮਨੂਰ, ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਰਾਜੇ ਨੇ ਕਥਾ ਸੁਣੀ ਵਿਦਵਾਨ ਦੀ, ਮਸਤ ਹੋ ਗਿਆ। ਉਹ ਕਹਿੰਦਾ ਮੇਰੇ ਦਰਬਾਰ ਵਿੱਚ ਪੱਕੇ ਤੌਰ 'ਤੇ ਰਹਿ। ਕਹਿੰਦਾ ਜੀ ਚਲੋ ਠੀਕ ਹੈ। ਰੋਜ਼ ਰਾਜਾ ਕਥਾ ਸੁਣਦਾ ਹੈ, ਵਿਦਵਾਨ ਪੰਡਤ ਕਥਾ ਕਰਦਾ ਹੈ। ਜਦੋਂ ਵਿਦਵਾਨ ਪੰਡਤ ਕਥਾ ਕਰਦਾ, ਰਾਜਾ ਮੰਤਰ ਮੁਗਧ ਹੋ ਜਾਂਦਾ। ਇਸ ਤਰ੍ਹਾਂ ਸਮਾਧੀ ਲੱਗ ਜਾਂਦੀ ਹੈ, ਉਹਨੂੰ ਤਿੰਨ ਚੀਜ਼ਾਂ ਭੁੱਲ ਜਾਂਦੀਆਂ ਨੇ। ਤਿੰਨ ਚੀਜ਼ਾਂ ਬਾਣੀ ਪੜ੍ਹਨ ਵਾਲੇ ਜਦੋਂ ਤਿੰਨ ਚੀਜ਼ਾਂ ਭੁੱਲ ਜਾਣ ਨਾ, ਫਿਰ ਉਹਦਾ ਸਹਿਜੇ ਹੀ ਮਨ ਲੱਗ ਜਾਂਦਾ ਹੈ। ਉਹ ਤਿੰਨ ਕਿਹੜੀਆਂ ਨੇ? ਮਹਾਰਾਜ ਜੀ ਕਹਿੰਦੇ ਇੱਕ ਦੇਸ, ਕਾਲ ਤੇ ਵਸਤੂ। ਜਦੋਂ ਗੁਰੂ ਦੇ ਚਰਨਾਂ ਵਿੱਚ ਬੈਠੇ ਹਨ, ਪਰ ਕਹਿੰਦੇ ਇੰਨੀ ਕੁ ਸਮਾਧੀ ਲੱਗ ਜਾਵੇ ਤੂੰ ਭੁੱਲ ਜਾਵੇ ਵੀ ਮੈਂ ਕਿ ਦੇਸ਼ ਕਿਹੜੇ ਵਿੱਚ, ਕਿਹੜੇ ਦਰਬਾਰ ਸਾਹਿਬ 'ਚ ਬੈਠਾ ਹੈ, ਇੱਥੇ ਬੈਠਾ ਹੈ ਜਾਂ ਮੈਂ ਸੱਚਖੰਡ ਵਿੱਚ ਬੈਠਾ ਹਾਂ। ਇੰਨੀ ਕੁ ਸਮਾਧੀ ਲੱਗ ਜਾਵੇ। ਮਹਾਰਾਜੇ ਭਰਤਰੀ ਨੇ ਇਹੀ ਮੰਗੀ ਸੀ ਨਾ। ਗੋਰਖ ਕੋਲ ਜਾ ਕੇ, ਰਾਜਾ ਸੀ ਬੜਾ ਤਕੜਾ, 360 ਰਾਣੀਆਂ ਸੀ, ਛੱਡ ਕੇ ਸਭ ਕੁਝ ਫਕੀਰ ਹੋ ਗਿਆ। ਗੁਰੂ ਨੇ ਕੰਨਾਂ ਵਿੱਚ ਮੁੰਦਰਾਂ ਪਾ ਦਿੱਤੀਆਂ, ਕੰਨ ਪਾੜ ਕੇ ਰੋਵੈ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ। ਕਹਿੰਦੇ ਉਹ ਰਾਜੇ ਨੇ ਕੰਨਾਂ ਵਿੱਚ ਮੁੰਦਰਾਂ ਪਾਤੀਆਂ, ਸਵਾਹ ਮਲ ਦਿੱਤੀ, ਗਲ ਵਿੱਚ ਬਗਲੀ ਪਾਤੀ, ਜਾ ਮੰਗ ਕੇ ਲੈ ਕੇ ਆ। ਮਹਾਰਾਜੇ ਭਰਤਰੀ ਨੇ ਆਪਣੇ ਗੁਰੂ ਨੂੰ, ਗੋਰਖ ਨੂੰ ਬੇਨਤੀ ਕਰੀ, ਮਹਾਰਾਜ ਕਹਿੰਦੇ ਹਾਂ ਦੱਸ। ਮੇਰੀ ਇੰਨੀ ਕੁ ਸਮਾਧੀ ਲੱਗ ਜਾਵੇ ਕਿ ਮੇਰੇ ਨਾਲ ਮਿਰਗ ਖਹਿ ਖਹਿ ਕੇ ਲੰਘਣ ਪਰ ਮੈਨੂੰ ਪਤਾ ਨਾ ਲੱਗੇ। ਸਮਾਧੀ ਉਹ ਕਦੋਂ ਲੱਗਦੀ ਹੈ? ਜਦੋਂ ਤਿੰਨ ਕਾਲ, ਤਿੰਨ ਚੀਜ਼ਾਂ ਭੁੱਲ ਜਾਵੇ। ਦੇਸ਼, ਕਿਹੜੇ ਦੇਸ਼ ਵਿੱਚ ਬੈਠੇ ਆ। ਕਾਲ ਕਹਿੰਦੇ ਨੇ ਸਮੇਂ ਨੂੰ, ਕਿੰਨਾ ਕੁ ਸਮਾਂ ਲਾਉਣਗੇ ਪਤਾ ਹੀ ਨਹੀਂ, ਕਦੋਂ ਹਟਣਗੇ, ਅਸੀਂ ਜਾਣਾ ਵੀ ਹੈ। ਮਹਾਰਾਜ ਕਹਿਣ ਲੱਗੇ ਉਹਦਾ ਫਾਇਦਾ ਨਹੀਂ ਕੋਈ ਹੋ ਰਿਹਾ ਵੀ ਕਿੰਨੇ ਕੁ ਵਜੇ ਸਮਾਪਤੀ ਕਰਨਗੇ, ਅਸੀਂ ਅੱਗੇ ਜਾ ਕੇ ਹੋਰ ਵੀ ਕੰਮ ਕਰਨੇ ਆ। ਮਹਾਰਾਜ ਜੀ ਕਹਿੰਦੇ ਐਦੂ ਵੱਡਾ ਕੰਮ ਨਹੀਂ ਕੋਈ ਹੈ ਜਿਹੜਾ ਪਰਮਾਤਮਾ ਦੀ ਬਾਣੀ ਪੜ੍ਹਨੀ ਹੈ ਨਾ, ਇਹਦੇ ਨਾਲੋਂ ਵੱਡਾ ਹੋਰ ਕੋਈ ਮਨੁੱਖਾ ਤੇਰਾ ਕੰਮ ਨਹੀਂ ਹੈ। ਉਹ ਤਾਂ ਤੇਰਾ ਅਵਰ ਕਾਜ ਤੇਰਾ ਕਿਤੈ ਨਾ ਕਾਮ। ਕਹਿੰਦੇ ਉਹ ਤਾਂ ਤੇਰੇ ਐਵੇਂ ਕਾਰਜ ਨੇ, ਤੇਰੇ ਬਾਬੇ ਮਰ ਗਏ ਕਰਦੇ ਕਰਦੇ, ਤੇਰੇ ਦਾਦੇ ਮਰ ਗਏ, ਤੇਰੇ ਪੜਦਾਦੇ ਮਰ ਗਏ, ਤੇਰਾ ਪਿਓ ਮਰ ਗਿਆ ਕਰਦਾ ਕਰਦਾ, ਤੂੰ ਵੀ ਇਸੇ ਤਰ੍ਹਾਂ ਹੀ ਜਗ ਸੰਸਾਰ ਤੋਂ ਚਲਿਆ ਜਾਏਗਾ। ਪਰ ਕੰਮ ਤੇਰੇ ਉਹ ਸਾਰੇ ਦੇ ਸਾਰੇ ਇੱਥੇ ਹੀ ਰਹਿ ਜਾਣੇ ਹੈ। ਰਾਤ ਨੂੰ ਸਾਡੀਆਂ ਮਾਵਾਂ
ਕੰਮ ਮੁਕਾ ਕੇ ਪੈਂਦੀਆਂ ਵੀ ਕੰਮ ਮੁਕਾ ਦਿੱਤਾ, ਪੈ ਜਾਓ ਛੇਤੀ ਛੇਤੀ। ਤੜਕੇ ਉੱਠਣ ਸਾਰ ਉਹਨੇ ਦੇ ਉਹਨੇ ਕੰਮ ਫੇਰ ਖੜੇ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਤੇਰੇ ਕੰਮ ਨਹੀਂ ਮੁੱਕਣੇ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਕੰਮਾਂ ਨੇ ਨਾਲ ਵੀ ਨਹੀਂ ਜਾਣਾ, ਤੇਰੇ ਨਾਲ ਵੀ ਇੱਕ ਜਾਣ ਵਾਲੀ ਚੀਜ਼ ਹੈ। ਅੱਜ ਦੇ ਲੋਕਾਂ ਨੇ ਕਈਆਂ ਨੇ ਬਸ ਮੁਕਾ ਦਿੱਤਾ ਵੀ ਆਹ ਜੱਗ ਮਿੱਠਾ, ਅਗਲਾ ਕਿਹਨੇ ਡਿੱਠਾ, ਕਹਿੰਦੇ ਨਾਲ ਕੀ ਜਾਂਦਾ ਜੀ, ਖਾਲੀ ਹੱਥ ਬੰਦਾ ਆਇਆ ਤੇ ਖਾਲੀ ਹੱਥੀ ਚੱਲਿਆ ਜਾਂਦਾ। ਮਹਾਰਾਜ ਜੀ ਕਹਿੰਦੇ ਨਹੀਂ, ਪੁੱਛੋ ਗੁਰਬਾਣੀ ਤੋਂ। ਗੁਰਬਾਣੀ ਕੀ ਕਹਿੰਦੀ ਹੈ? ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ। ਹਦੂਰ ਕਹਿੰਦੇ ਪ੍ਰਮਾਤਮਾ ਦੇ ਦਰ ਦੇ ਵਿੱਚ ਚੰਗਿਆਈਆਂ, ਚੰਗੇ ਕਰਮ ਕੀਤੇ ਹੋਏ ਨੇ ਜਿਹੜੇ, ਉਹ ਨਾਲ ਜਾਂਦੇ ਨੇ। ਤੇ ਅੱਗੇ ਫਿਰ ਗੁਰੂ ਜੀ ਫੈਸਲਾ ਕਰਦੇ ਨੇ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੈ ਜਾਏ। ਦੇਖੋ ਗੁਰਬਾਣੀ ਦਾ ਫੈਸਲਾ ਇਹ ਨਹੀਂ ਵੀ ਆ ਕਿਸੇ ਬਾਬੇ ਸਾਧ ਬੂਬਣੇ ਦੀ ਕੋਈ ਕਲਮ ਕੁਲਮ ਨਾਲ ਕੋਈ ਕਿਤਾਬ ਕਤੂਬ ਲਿਖੀ ਆ ਉਹ ਪੜ੍ਹ ਕੇ ਸੁਣਾਉਣੇ, ਨਹੀਂ, ਇਹ ਗੁਰਬਾਣੀ ਦਾ ਫੈਸਲਾ ਹੈ। ਜੇ ਅੱਗੇ ਪ੍ਰਮਾਤਮਾ ਦੀ ਦਰਗਾਹ ਹੈ ਤਾਂ ਲਿਖਿਆ। ਮਹਾਰਾਜ ਜੀ ਕਹਿੰਦੇ ਆਸਾ ਦੀ ਵਾਰ ਵਿੱਚ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਬਖ ਕੱਢੇ ਜਜ ਮਾਲਿਆ। ਮਹਾਰਾਜ ਜੀ ਕਹਿੰਦੇ ਆ ਮਨੁੱਖ ਤੂੰ ਪੁੰਨ ਦਾਨ ਕਰਦਾ ਹੈ, ਇਹ ਤੇਰੇ ਨਾਲ ਜਾਣਗੇ ਜ਼ਰੂਰ, ਚੰਗੇ ਤੇਰੇ ਕੰਮ ਹੋ ਜਾਣਗੇ। ਤੂੰ ਜਾਏਗਾ, ਤੇਰੇ ਬਾਅਦ ਵਿੱਚ ਯਾਦ ਵੀ ਕਰਨਗੇ ਵੀ ਬੜਾ ਮਨੁੱਖ ਬੜਾ ਵਧੀਆ ਆਇਆ ਸੀ। ਤੇ ਜਾਂਦੇ ਦੂਜੇ ਵੀ ਨੇ। ਭਗਤ ਕਬੀਰ ਜੀ ਕਹਿੰਦੇ ਇਹੋ ਜਿਹੇ ਮਨੁੱਖ ਵੀ ਜਾਂਦੇ ਨੇ ਜਿਨ੍ਹਾਂ ਨੂੰ ਲੋਕ ਯਾਦ ਪਤਾ ਕਿਵੇਂ ਕਰਦੇ ਨੇ? ਉਹ ਕਹਿੰਦੇ ਸਾਕਤ ਦੇ ਸ਼ੁਕਰ ਭਲਾ ਰਾਖਾ ਅੱਛਾ ਗਾਓ, ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹੈ ਨਾ। ਉਹ ਕਹਿੰਦੇ ਸਾਕਤ ਬੰਦੇ ਦਾ ਨਾਂ ਲੈਣਾ ਵੀ ਕਈ ਲੋਕ ਚੰਗਾ ਨਹੀਂ ਸਮਝਦੇ, ਕਹਿੰਦੇ ਉਹ ਜਦ ਛੱਡੋ ਇਹੋ ਜਿਹੇ ਬੰਦੇ ਦਾ ਕੀ ਲੈਣਾ, ਉਹ ਤਾਂ ਭਾਰ ਸੀ ਦੁਨੀਆ ਦੇ ਉੱਤੇ। ਮਹਾਰਾਜ ਜੀ ਕਹਿੰਦੇ ਭਾਰ ਨਾ ਬਣੀ ਦੁਨੀਆ ਉੱਤੇ, ਤੂੰ ਕੋਈ ਚੰਗਾ ਕਰਮ ਕਰੀ, ਸ਼ੁਭ ਕਰਮ ਕਰੀ ਜਿਹੜਾ ਤੈਨੂੰ ਜਾਣ ਤੋਂ ਬਾਅਦ ਵੀ ਫਿਰ ਕਹਿਣ ਕਬੀਰ ਜਬ ਹਮ ਆਏ ਜਗਤ ਮੈਂ ਜਗ ਹੱਸੇ ਹਮ ਰੋਏ ਐਸੀ ਕਰਨੀ ਕਰ ਚਲੋ ਹਮ ਹੱਸੇ ਜਗ ਰੋਏ। ਭਗਤ ਕਬੀਰ ਜੀ ਕਹਿੰਦੇ ਇਹੋ ਜਿਹਾ ਕੰਮ ਕਰਕੇ ਜਾਈ ਕਿਹੜਾ ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਉਹ ਸੱਚਖੰਡ ਜਾਣਵਾ। ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਤੇਰੀ ਕਰਨੀ ਨੂੰ ਵੇਖ ਜਗ ਰੋਵੇ, ਰੋਏ ਸੱਚਖੰਡ ਜਾਣ ਵਾਲਿਆ। ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਤੇਰੀ ਕਰਨੀ ਨੂੰ ਦੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਤੇਰੀ ਕਰਨੀ ਨੂੰ ਵੇਖ ਜਗ ਰੋਵੇ, ਸੱਚਖੰਡ ਜਾਣ ਵਾਲਿਆ। ਕਬੀਰ ਜਬ ਹਮ ਆਏ ਜਗਤ ਮੈਂ ਜਗ ਹੱਸੇ ਹਮ ਰੋਏ। ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਕਹਿੰਦੇ ਉਦੋਂ ਰੋਂਦਾ ਹੈ। ਭਗਤ ਕਬੀਰ ਜੀ ਨੇ ਵੀ ਕਹਿਤਾ। ਹੁਣ ਜਿਤਨੇ ਸਿਆਣੇ ਪੁਰਸ਼ ਤੁਸੀਂ ਬੈਠੇ ਹੋ ਤੁਸੀਂ ਵੀ ਕਹੋਗੇ, ਬੀਬੀਆਂ ਭੈਣਾਂ ਵੀ ਕਹਿਣਗੀਆਂ ਜਦੋਂ ਬੱਚਾ ਜਨਮ ਲੈਂਦਾ ਉਦੋਂ ਰੋਂਦਾ ਹੈ। ਪਰ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਰੋਂਦਾ ਨਹੀਂ ਹੈ। ਤੇ ਰੋਣ ਦਾ ਕਾਰਨ ਵੀ ਲੱਭੋ ਕਿਉਂ ਰੋਂਦਾ ਹੈ। ਛੋਟਾ ਬੱਚੇ ਨੇ ਜਨਮ ਲਿਆ, ਉਹਦਾ ਰੋਣ ਦਾ ਕਾਰਨ ਵੀ ਹੈ ਕਿਉਂ? ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਪਰਮਾਤਮਾ ਨੂੰ ਲਿਵ ਟੁੱਟ ਗਈ ਤੇ ਫਿਰ ਉਦੋਂ ਪੱਲੇ ਉਦੋਂ ਬਾਅਦ ਫਿਰ ਕੀ ਰਹਿੰਦਾ? ਰੋਣਾ ਹੀ ਰਹਿ ਜਾਂਦਾ ਹੈ। ਪਰ ਮਹਾਰਾਜ ਜੀ ਕਹਿੰਦੇ ਰੋਂਦਾ ਨਹੀਂ ਹੈ। ਪਹਿਲਾਂ ਬੱਚਾ ਸਵਾਸ ਲੈਂਦਾ ਹੈ, ਸਵਾਸ ਲੈ ਲਿਆ ਤਾਂ ਰੋਣ ਲੱਗ ਪਿਆ, ਜੇ ਸਵਾਸ ਨਾ ਆਇਆ ਤਾਂ ਜੀਵਨ ਯਾਤਰਾ ਸਮਾਪਤ ਹੋ ਗਈ। ਮਹਾਰਾਜ ਜੀ ਕਹਿਣ ਲੱਗੇ ਬੱਚਾ ਨੇ ਸਵਾਸ ਲੈ ਲਿਆ, ਉਹਦੀ ਜੀਵਨ ਯਾਤਰਾ ਸ਼ੁਰੂ ਹੋ ਗਈ। ਜਦੋਂ ਜੀਵਨ ਯਾਤਰਾ ਸ਼ੁਰੂ ਹੋ ਗਈ ਫਿਰ ਉਹਦੇ ਜਿਹੜੇ ਕੰਮ ਧੰਦੇ ਨੇ ਉਹ ਸ਼ੁਰੂ ਹੋ ਜਾਂਦੇ ਨੇ। ਅੱਗੇ ਰਾਜਾ ਕਹਿਣ ਲੱਗਿਆ ਮਹਾਤਮਾ ਤੁਹਾਡੀ ਕਥਾ ਬੜੀ ਵਧੀਆ ਹੈ, ਬੜੇ ਪਿਆਰ ਦੇ ਬਚਨ ਨੇ ਤੁਹਾਡੇ, ਕਥਾ ਚੰਗੀ ਹੁੰਦੀ ਹੈ ਭਾਵੇਂ ਕੋਈ ਵੀ ਕਰੇ। ਇਹ ਨਹੀਂ ਹੁੰਦਾ ਵੀ ਫਲਾਣਾ ਬੰਦਾ ਵਧੀਆ ਕਥਾ, ਨਹੀਂ, ਗੁਰਬਾਣੀ ਵਧੀਆ ਹੈ। ਸਭ ਤੇ ਉੱਤਮ ਹਰ ਕੀ ਕਥਾ। ਤੇ ਜੇ ਗੁਰਬਾਣੀ ਪਵਿੱਤਰ ਹੈ ਉਹਦੀ ਕਥਾ ਜਿਹੜਾ ਮਰਜੀ ਕਹਦੇ, ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ। ਮਰਜੀ ਕਹਿੰਦੇ ਆ ਜਾਓ ਜਿਹੜਾ ਮਰਜੀ ਕਰੋ, ਉਸ ਪਰਮਾਤਮਾ ਦੀ ਬਾਣੀ ਪੜ੍ਹੋ, ਕੋਈ ਮਰਜੀ ਕਥਾ ਕਰੋ। ਤੇ ਕੋ ਉਪਦੇਸੈ ਕੋ ਦ੍ਰਿੜੈ ਸਭ ਤਿਸ ਕਾ ਹੋਏ ਉਦਾਰ। ਕਹਿੰਦੇ ਅਗਲੀ ਸ਼ਰਤ ਔਖੀ ਹੈ ਥੋੜ੍ਹੀ ਜੀ, ਉਸ ਬਾਣੀ ਦੇ ਉੱਤੇ ਦ੍ਰਿੜ ਭਰੋਸਾ ਰੱਖਣਾ ਪੈਂਦਾ ਹੈ। ਤੇ ਫਿਰ ਕਿਤੇ ਜਾ ਕੇ ਚਲੋ ਉਹ ਅੱਗੇ ਜਿਹੜੀ ਸਵਾਸਾਂ ਰੂਪੀ ਬੇੜੀ ਦੇ ਵਿੱਚ ਜਿਹੜੀ ਕੰਮ ਕਰਦੀ ਹੈ। ਰਾਜੇ ਨੇ ਕਿਹਾ ਬੜੀ ਵਧੀਆ ਕਥਾ ਹੈ ਤੁਹਾਡੀ, ਪਰ ਇੱਕ ਬੇਨਤੀ ਕਰਦਾ ਹੈ, ਮੈਨੂੰ ਦੱਸੋ
ਵੀ ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਇੱਥੇ ਵਿਚਾਰ ਸ਼ੁਰੂ ਕਰੀ ਸੀ ਆਪਾਂ ਵੀ ਗੁਰੂ ਨੂੰ ਆ ਕੇ ਮੱਥਾ ਟੇਕ ਕੇ ਪੁੱਛੀਏ, ਮਹਾਰਾਜ ਅੱਜ ਤਾਂ ਅੰਮ੍ਰਿਤ ਵੇਲੇ ਮੈਨੂੰ ਜਾਗਰਤਾ ਦੀ ਦਾਤ ਦਿੱਤੀ, ਅੱਜ ਮੇਰੇ ਉੱਤੇ ਬਹੁਤਾ ਖੁਸ਼ ਹੋਇਆ, ਮੈਨੂੰ ਗੁਰਬਾਣੀ ਪੜ੍ਹਨ ਦੀ ਦਾਤ ਦਿੱਤੀ, ਅੱਜ ਮੇਰੇ ਵੱਡੇ ਭਾਗ ਸੱਚੇ ਪਾਤਸ਼ਾਹ ਮੈਨੂੰ ਸੰਗਤ ਦਾ ਦਿਦਾਰਾ ਹੋਇਆ, ਸਭ ਤੋਂ ਵੱਡੇ ਭਾਗ ਹੋਏ ਤੁਹਾਡਾ ਦਿਦਾਰਾ ਹੋਇਆ ਸੱਚੇ ਪਾਤਸ਼ਾਹ, ਜੇ ਮੈਂ ਕੀ ਇਹੋ ਜਿਹਾ ਪੁੰਨ ਕਰਮ ਕੀਤਾ ਸੀ। ਰਾਜਾ ਕਹਿਣ ਲੱਗਿਆ ਦੱਸੋ ਮੈਂ ਕੀ ਪੁੰਨ ਕੀਤੇ ਨੇ। ਵਿਦਵਾਨ ਬ੍ਰਾਹਮਣ ਸੀ, ਬੜੀ ਵਿਦਿਆ ਸੀ ਕੋਲੇ, ਪੂਜਿਆ ਯੋਗ ਸੀ। ਉਹ ਕਹਿਣ ਲੱਗਾ ਮੈਂ ਹੁਣ ਕਿਵੇਂ ਇਹ ਗੱਲ ਕਿਵੇਂ ਦੱਸਾਂ, ਨਾ ਮੇਰੇ ਕਿਤੇ ਗ੍ਰੰਥਾਂ ਵਿੱਚ ਆਈ ਹੈ। ਚਲੋ ਉਸ ਵਿਦਵਾਨ ਪੰਡਤ ਨੇ ਕਿਹਾ ਜੀ ਮੈਨੂੰ ਕੁਝ ਸਮਾਂ ਦੇ ਦਿਓ, ਕੁਝ ਦਿਨ ਦੇ ਦਿਓ, ਮੈਂ ਦੱਸ ਦੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਦੂੰ। ਕਹਿਣ ਲੱਗੇ ਹਾਂ ਅੱਜ ਤੋਂ 8 ਦਿਨਾਂ ਨੂੰ ਮੇਰੇ ਸਵਾਲਾਂ ਦੇ ਜਵਾਬ ਦੇ ਦੀ। ਦੂਜੀ ਗੱਲ ਹੈ ਮੇਰੇ ਸਵਾਲਾਂ ਦੇ ਜਵਾਬ ਸਹੀ ਦੇ ਦਿੱਤੇ ਤੁਹਾਨੂੰ ਅੱਧਾ ਰਾਜ ਭਾਗ ਦੇ ਦੂੰਗਾ, ਅੱਧੇ ਰਾਜੇ ਬਣ ਜਾਓਗੇ ਤੁਸੀਂ। ਜੇ ਅਗਰ ਤੁਸੀਂ ਮੇਰੇ ਸਵਾਲਾਂ ਦੇ ਜਵਾਬ ਨਾ ਦਿੱਤੇ ਤਾਂ ਤੁਸੀਂ ਵੀ ਆ ਜਾਓ 8ਵੇਂ ਦਿਨ ਨੂੰ, ਤੁਹਾਡੇ ਘਰ ਵਾਲੀ ਨੂੰ ਵੀ ਲਿਆਇਓ, ਬੱਚਿਆਂ ਨੂੰ ਵੀ ਲਿਆਇਓ, ਇਕੱਲੇ ਨਾ ਆਇਓ। ਫਿਰ ਕੀ ਕਰੋਗੇ? ਕਹਿੰਦੇ ਉਹਨਾਂ ਨੂੰ ਸਾਰਿਆਂ ਨੂੰ ਕੋਹਲੂ ਵਿੱਚ ਪੀੜ ਕੇ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਬਸ ਰਾਜਿਆਂ ਕੋਲ ਇਹੀ ਗੱਲ ਹੁੰਦਾ, ਭੂਪਨ ਬੋਧ ਸੁਬੋਧ ਨਹੀਂ ਅਤ ਕੌਤਕ ਮਾਹੇ ਰਹਿਓ ਲਪਟਾਈ। ਰਾਜਿਆਂ ਕੋਲ ਇਹੀ ਕੁਝ ਹੁੰਦਾ, ਹੋਰ ਨਹੀਂ ਹੈ। ਅੱਜ ਦੇ ਰਾਜਿਆਂ ਕੋਲ ਵੀ ਇਹੀ ਕੁਝ ਹੀ ਹੈ। ਦੇਖੋ ਅੱਜ ਕਿੰਨਾ ਜਿਹੜਾ ਉਹ ਭਾਂਬੜ ਮੱਚਿਆ ਪਿਆ, ਅੱਜ ਥਾਂ ਥਾਂ 'ਤੇ ਦਿੱਲੀ ਦੇ ਬਾਰਡਰਾਂ ਉੱਤੇ ਸਾਡੇ ਬੈਠੇ ਵੀਰ ਕਿਸਾਨ ਜਿਹੜੇ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਬੈਠੇ ਹਨ। ਇਹ ਰਾਜਿਆਂ ਦੇ ਕੋਲੇ ਬਸ ਇਹੀ ਕੁਝ ਹੁੰਦਾ, ਇੱਧਰ ਮਾਰ ਦਿਓ, ਇੱਧਰ ਜਿਹੜੀ ਖੇਡ ਕੇ ਚਤਰਾਈ ਕਰ ਦਿਓ ਲੋਕਾਂ ਨੂੰ, ਇੱਧਰ ਪਾੜ ਦਿਓ, ਪਾੜੋ ਤੇ ਰਾਜ ਕਰੋ, ਉਹਨੂੰ ਰਾਜਾ ਕਹਿੰਦੇ ਹਨ। ਚਲੋ ਖੈਰ, ਰਾਜੇ ਨੇ ਕਿਹਾ ਦੱਸੋ ਵੀ ਮੈਂ ਕਿੰਨੇ ਕੁ ਵੱਡੇ ਪੁੰਨ ਕੀਤੇ ਨੇ। ਵਿਦਵਾਨ ਪੰਡਤ ਘਰ ਗਿਆ, ਘਰ ਜਾ ਕੇ ਸੋਚਦਾ ਸਾਰੇ ਗ੍ਰੰਥ ਪੜ੍ਹ ਲਏ, ਸਾਰੇ ਗ੍ਰੰਥ ਪੜ੍ਹੇ, ਕਿਤੋਂ ਵੀ ਇਹ ਸਵਾਲ ਦਾ ਜਵਾਬ ਨਾ ਮਿਲਿਆ। 8ਵੇਂ ਦਿਨ ਵਿਦਵਾਨ ਪੰਡਤ ਆਇਆ, ਆ ਕੇ ਅਰਜ਼ ਕਰੀ, ਕਹਿੰਦਾ ਜੀ ਤੁਹਾਡੇ ਸਵਾਲਾਂ ਦੇ ਜਵਾਬ ਤਾਂ ਮਿਲ ਗਏ, ਪਰ ਮੇਰਾ ਇੱਕ ਇਹੋ ਜਿਹਾ ਦ੍ਰਿੜ ਇਰਾਦਾ ਭਰੋਸਾ ਹੈ ਵੀ ਮੈਂ ਤੁਹਾਨੂੰ ਸਾਹਮਣੇ ਦਿਖਾ ਦਿਆਂ। ਇਸ ਤਰ੍ਹਾਂ ਸਾਹਮਣੇ ਜੇ ਤੁਸੀਂ ਅੱਖਾਂ ਨਾਲ ਵੇਖ ਲਓ ਨਾ, ਫਿਰ ਕੁਝ ਗੱਲ ਹੋਰ ਬਣ ਜੂਗੀ। ਰਾਜਾ ਕਹਿਣ ਲੱਗਿਆ ਠੀਕ ਹੈ। ਕਹਿੰਦੇ ਜੀ ਇਉਂ ਕਰੋ, ਇੱਥੋਂ ਆਪਣੇ ਰਾਜ ਦੀ ਹੱਦ ਤੋਂ ਥੋੜ੍ਹੀ ਅੱਗੇ ਇੱਕ ਮਹਾਤਮਾ ਰਹਿੰਦੇ ਨੇ, ਸੰਤ ਰਹਿੰਦੇ ਨੇ, ਚਲੋ ਉਹਨਾਂ ਕੋਲ ਚੱਲਦੇ ਹਾਂ ਆਪਾਂ। ਰਾਜੇ ਨੇ ਰਥ ਬੱਗੀਆਂ ਜੋੜੀਆਂ, ਨਾਲ ਵਜ਼ੀਰ ਲੈ ਲਏ, ਹਰਕਾਰ ਲੈ ਲਏ, ਉਸ ਵਿਦਵਾਨ ਪੰਡਤ ਨੂੰ ਵੀ ਵਿੱਚ ਬਿਠਾ ਲਿਆ। ਅੱਗੇ ਜਾਂਦੇ ਨੇ, ਉਸ ਆਪਣੇ ਰਾਜ ਦੀ ਹੱਦ ਤੋਂ ਬਾਹਰ ਲੰਘ, ਜਿਹੜੀ ਵੀ ਗੱਲ ਕੋਈ ਵੀ ਹੈ ਹੱਦ ਤੋਂ ਬਾਹਰ ਲੰਘ ਕੇ ਹੀ ਪਤਾ ਲੱਗਦਾ ਸੀ ਅੱਜ ਹੱਦ ਦੇ ਵਿੱਚ ਹੀ ਖੜੇ ਹਾਂ। ਉਹਨੂੰ ਸ਼ਰੀਅਤ ਲੋਕ ਕਹਿੰਦੇ ਨੇ, ਸ਼ਰੀਅਤ। ਚਲੋ ਅੱਜ ਦੇ ਲੋਕ ਉਹਨੂੰ ਮਰਜ਼ਾਦਾ ਕਹਿਣ ਲੱਗੇ ਵੀ ਇਹ ਮਰਜ਼ਾਦਾ ਇਹੀ ਹੈ ਜੀ ਕਹਿੰਦੇ, ਪਰ ਕਿਸੇ ਨੇ ਆਪਣੀ ਮਰਜ਼ਾਦਾ ਬਣਾ ਲਈ, ਕਿਸੇ ਨੇ ਟਕਸਾਲ ਦੀ ਮਰਜ਼ਾਦਾ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਪਰ ਕਿਸੇ ਨੇ ਵੀ ਨਹੀਂ ਇਹ ਗੱਲ ਨਹੀਂ ਆਖੀ ਹੋਣੀ ਵੀ ਇਹ ਗੁਰੂ ਦੀ ਮਰਜ਼ਾਦਾ ਹੈ। ਬੋਲੋ ਸਤਨਾਮ। ਕਿਸੇ ਨੇ ਨਹੀਂ ਕਿਹਾ ਹੋਣਾ। ਅਰਦਾਸ ਹੁੰਦੀ ਅੱਜ ਗੁਰਦੁਆਰੇ, ਸਾਡੇ ਵੀ ਇੱਥੇ ਹੁੰਦੀ ਹੈ, ਉੱਧਰ ਸਾਡੇ ਵਾਲੇ ਗੁਰਦੁਆਰੇ ਵੀ, ਉੱਧਰ ਸਿੰਘ ਸਭਾ ਗੁਰਦੁਆਰੇ, ਉੱਧਰ ਉਹ ਬਾਹਰਲੇ ਗੁਰਦੁਆਰੇ, ਚਾਰੇ ਪੰਜੇ ਸਾਰੇ ਗੁਰਦੁਆਰਿਆਂ ਦੀ ਤੁਸੀਂ ਅਰਦਾਸ ਮਿਲਾ ਕੇ ਦੇਖ ਲਿਓ। ਸਾਡੀ ਤਪੇ ਦੀ ਜਿਹੜੀ ਅਰਦਾਸ ਨਹੀਂ ਮਿਲਦੀ ਇੱਕ ਦੂਸਰੇ ਨਾਲ। ਕੋਈ ਕਹਿੰਦਾ ਵੀ ਇਸ ਆਹ ਟਕਸਾਲ ਦੀ ਅਰਦਾਸ ਕਰਦਾ, ਕੋਈ ਕਹਿੰਦਾ ਇਸ ਉਹ ਜਿਹਨੇ ਚਾਰੇ ਪੁੱਤਰ ਬਾਰ ਤੇ 26 ਮੈਂਬਰ ਬਾਰ ਦਿੱਤੇ ਆਪਣੇ ਪਰਿਵਾਰ ਦੇ, ਉਸ ਗੁਰੂ ਦਾ ਨਾਂ ਲੈ ਕੇ ਕਿਸੇ ਨੇ ਨਹੀਂ ਕਿਹਾ ਹੋਣਾ ਵੀ ਇਹ ਬਾਜਾਂ ਵਾਲੇ ਦੀ ਅਰਦਾਸ ਹੈ। ਬੋਲੋ ਸਤਨਾਮ। ਅਸੀਂ ਆਪਣੇ ਝਮੇਲੇ ਦੇ ਵਿੱਚ ਪੈ ਗਏ, ਗੁਰੂ ਤੋਂ ਦੂਰ ਹੋ ਗਏ। ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਤੋਂ ਦੂਰ ਹੋ ਜੇ ਨਾ, ਉਹਨੂੰ ਫਿਰ ਇੱਕ ਚੀਜ਼ ਪ੍ਰਾਪਤ ਹੁੰਦੀ ਹੈ, ਉਹ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਰਾਜੇ ਨੂੰ ਚਲੋ ਅੱਗੇ ਲੈ ਗਏ, ਹੱਦ ਟੱਪ ਗਏ ਉਹਦੀ ਹੱਦ। ਜਿੰਨਾ ਚਿਰ ਮਨੁੱਖ ਇਹ ਹੱਦ ਨਹੀਂ ਨਾ ਟੱਪਦਾ ਉਹਨਾਂ ਚਿਰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਪਰਮਾਤਮਾ ਤਾਂ ਬੜੀ ਦੂਰ ਹੈ। ਭਗਤ ਕਬੀਰ ਜੀ ਕਹਿੰਦੇ 10 ਮੰਜ਼ਲਾ ਬਣਾ ਕੇ ਇੱਕ ਰਾਜਾ ਬੈਠ ਗਿਆ, ਮਹਿਲ 10 ਮੰਜ਼ਲਾ ਉੱਚਾ, 10ਵੀਂ ਮੰਜ਼ਲ ਦੇ ਵਿੱਚ ਰਾਜਾ ਜਾ ਕੇ ਬੈਠ ਗਿਆ। ਰਾਜੇ ਨੇ ਕਹਿ ਦਿੱਤਾ ਜਿਹੜਾ ਵੀ ਮੈਨੂੰ ਭਾਲ ਲੂਗਾ ਉਹਨੂੰ ਮੈਂ ਰਾਜ ਭਾਗ ਸਾਰਾ ਹੀ ਦੇ ਦੂੰਗਾ। ਹੁਣ ਤੁਰ ਪਏ ਸਾਰੇ। ਉਸ ਜਿਹੜਾ ਮਹਿਲ ਦੇ ਕੋਲੇ 'ਚ ਜਾ ਕੇ ਕਈ ਤਾਲੇ ਤਾਲੇ ਗੇੜੇ ਕੱਢਣ ਲੱਗੇ। ਕਿੱਡਾ ਮਹਿਲ ਬਣਾਇਆ ਰਾਜੇ ਨੇ, ਕਿੰਨਾ ਕੁਝ ਲਾਇਆ। ਉਹ ਗੇੜੇ ਗੂੜੇ ਦੇ ਕੇ ਉਹਨਾਂ ਦੀ ਆਰਜ਼ਾ ਪੂਰੀ ਹੋ ਗਈ, ਸਮਾਪਤ ਹੋ ਗਏ। ਕਈ ਉਸ ਅੰਦਰ ਰਾਜੇ ਦੇ ਮਹਿਲ ਦੇ ਵਿੱਚ ਚਲੇ ਗਏ। ਉਹ ਕਹਿੰਦੇ ਅੰਦਰ ਬੜਾ ਸੁੰਦਰ ਮਹਿਲ ਬਣਾਇਆ ਰਾਜੇ ਨੇ। ਚਲੋ ਇੱਕ ਮੰਜ਼ਲ ਦੇ ਉੱਤੇ ਚਲੇ ਗਏ, ਕਈ ਦੂਜੀ ਤੇ, ਕਈ ਤੀਜੀ ਦੇ ਉੱਤੇ। ਮੀਨਾਕਾਰੀ ਇੰਨੀ ਕਰੀ ਉਹ ਸਾਰੇ ਉਲਝ ਕੇ ਉੱਥੇ ਸਮਾਪਤ ਹੋ ਗਈ ਉਹਨਾਂ ਦਾ। ਰਾਜੇ ਤੱਕ ਕੋਈ ਪਹੁੰਚਿਆ ਨਹੀਂ। ਫਿਰ ਭਗਤ ਕਬੀਰ ਜੀ ਕਹਿਤ ਕਬੀਰ
ਕਹਿਣ ਲੱਗੇ ਜਦੋਂ ਉਸ ਆਪਣੇ ਉੱਪਰਲੇ ਪਾਸੇ ਮੰਜ਼ਲ ਦੇ ਵਿੱਚ ਬੈਠੇ ਨੇ ਨਾ, ਦਾਸ ਕਬੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ। ਭਗਤ ਕਬੀਰ ਜੀ ਕਹਿੰਦੇ ਜਿਹੜਾ ਪਰਮਾਤਮਾ ਦੇ ਕੋਲੇ ਪਹੁੰਚ ਗਿਆ, ਫਿਰ ਉਹ ਕਿਹੜਾ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣੋ ਮਾਨਸ ਦਿਆ। ਕਹਿੰਦੇ ਉਹ ਹਰੀ ਦੇ ਵਰਗਾ ਹੀ ਬਣ ਗਿਆ ਹੈ। ਚਲੋ ਜੀ, ਅੱਗੇ ਮਹਾਤਮਾ ਬੈਠੇ ਨੇ, ਉਹਦੇ ਉਹ ਛੰਨ ਬਣਾਈ ਹੋਈ ਹੈ, ਉਹਦੇ ਵਿੱਚ ਜਾ ਕੇ ਬੈਠ ਗਏ। ਰਾਜਾ ਵੀ ਬੈਠ ਗਿਆ, ਇੱਕ ਫਕੀਰ ਵੀ ਬੈਠਾ ਹੈ। ਕਿੱਥੇ ਰਾਜਾ ਤਖਤ ਉੱਤੇ ਬੈਠਣ ਵਾਲਾ, ਸੋਨੇ ਦੇ ਬਰਤਨਾਂ ਵਿੱਚ ਖਾਣ ਵਾਲਾ, ਤੇ ਅੱਜ ਇੱਕ ਪਾਟੀ ਬੋਰੀ ਉੱਤੇ ਬਿਠਾ ਲਿਆ ਫਕੀਰ ਨੇ। ਬਹਿ ਜਾ ਇੱਥੇ। ਬੇਪਰਵਾਹ ਹੁੰਦੇ ਨੇ ਸਾਧੂ, ਹੋਣ ਨਜ਼ਦੀਕ ਖੁਦਾਏ ਦੇ। ਜਿਹੜੇ ਰੱਬ ਦੇ ਨੇੜੇ ਨੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਜਿਹੜੇ ਨੇੜੇ ਨਹੀਂ ਹੈ ਮੇਰੇ ਵਰਗੇ, ਉਹ ਮੌਕਾ ਮਾਰਦੇ ਫਿਰਦੇ ਨੇ ਵੀ ਇੱਧਰੋਂ ਨਾ ਕਿਤੇ ਹੋ ਜਾਏ, ਕਿਤੇ ਇੱਧਰੋਂ ਹੋ ਜਾਵੇ। ਜੁੜੇ ਵੱਡੇ ਰਾਜੇ ਨਾਲ ਹੈ ਤੇ ਡਰਦੇ ਆਮ ਬੰਦਿਆਂ ਤੋਂ ਹੈ। ਰਾਜਾ ਬੈਠ ਗਿਆ ਕੋਲ, ਜਿਹੜੇ ਮਹਾਤਮਾ ਸੀ, ਧੂਣਾ ਚੱਲਦਾ ਅੱਗੇ, ਉਹਨਾਂ ਨੇ ਚਿਮਟੇ ਨਾਲ ਇੱਕ ਕੋਲਾ ਚੁੱਕਿਆ, ਆਪਣੇ ਹੱਥ ਉੱਤੇ ਰੱਖ ਲਿਆ, ਫੱਕਾ ਮਾਰਿਆ, ਪਾਣੀ ਪੀ ਲਿਆ। ਰਾਜਾ ਕਹਿਣ ਲੱਗੇ, ਹਾਂ ਇਹ ਸ਼ਾਇਦ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ। ਮਹਾਤਮਾ ਨੇ ਕਿਹਾ, ਆਓ ਰਾਜਨ, ਕਿਵੇਂ ਆਏ ਹੋ? ਕੌਣ ਹੈ? ਕਹਿੰਦੇ ਜੀ ਰਾਜਾ ਹੈ। ਰਾਜਾ ਇਹ ਪਾਟੀ ਬੋਰੀ ਉੱਤੇ ਕਿਵੇਂ ਬੈਠਾ ਹੈ? ਇਹ ਤਾਂ ਹਜੇ ਭੁੱਖਾ ਹੀ ਹੈ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਕਹਿੰਦੇ ਇਹ ਤਾਂ ਭੁੱਖਾ ਹੀ ਹੈ ਹਜੇ। ਜੇ ਰਾਜਾ ਹੁੰਦਾ ਫਿਰ ਤਾਂ ਇਸ ਤਰ੍ਹਾਂ ਬਹਿ ਜਾਂਦਾ ਪਾਟੀ ਉਹਦੀ ਬੋਰੀ ਉੱਤੇ, ਕਦੇ ਪਹਿਨਦੇ ਰੇਸ਼ਮ ਜਰੀਆਂ, ਕਦੇ ਗੋਦੜੀ ਲੀਰਾਂ ਦੀ ਵਾਹ ਮੌਜ ਸੀਗੀ। ਹਾਂ ਦੱਸ ਕਿਵੇਂ ਆਇਆ? ਕਹਿੰਦੇ ਜੀ ਮੈਂ ਤਾਂ ਇਸ ਤਰ੍ਹਾਂ ਪੁੱਛਣ ਵਾਸਤੇ ਆਇਆ ਵੀ ਮੈਨੂੰ ਆਹ ਰਾਜ ਭਾਗ ਤੇ ਦੂਜਾ ਮਨੁੱਖਾ ਦੇਹੀ, ਮੈਨੂੰ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਮਹਾਤਮਾ ਨੇ ਕਿਹਾ, ਰਾਜਨ ਦੱਸ ਤਾਂ ਤੈਨੂੰ ਹੁਣੀ ਦਿੰਦੇ, ਮਿੰਟ ਹੀ 2 ਲੱਗਦੇ, ਪਰ ਮੇਰਾ ਇਸ ਤਰ੍ਹਾਂ ਹੈ, ਮਨ ਵਿੱਚ ਇੱਕ ਫੁਰਨ ਆਇਆ ਵੀ ਤੈਨੂੰ ਸਾਹਮਣੇ ਨਾ ਦਿਖਾ ਦਿਆਂ। ਤੇਰੇ ਸਾਹਮਣੇ ਇਸ ਤਰ੍ਹਾਂ ਇੱਕ ਰੀਲ ਚੱਲੇ, ਫਿਲਮ ਚੱਲਦੀ ਹੁੰਦੀ ਹੈ ਜਿਵੇਂ, ਵੀ ਉਹ ਤੈਨੂੰ ਮੈਂ ਦਿਖਾ ਦਿਆਂ। ਰਾਜੇ ਨੇ ਹੱਥ ਬੰਨ੍ਹ ਕੇ ਆਖਿਆ, ਮਹਾਰਾਜ ਹਾਂ ਇਸੇ ਤਰ੍ਹਾਂ ਹੀ ਚਾਹੁੰਦਾ ਮੈਂ। ਜੇ ਤੁਸੀਂ ਦੱਸੋਗੇ ਸ਼ਾਇਦ ਮੈਨੂੰ ਯਕੀਨ ਨਾ ਹੋਵੇ, ਮੈਨੂੰ ਸਾਹਮਣੇ ਦਿਖਾ ਦਿਓ। ਕਹਿਣ ਲੱਗੇ, ਹੋ ਕਰ, ਤੂੰ ਆਪਣੀ ਹੱਦ ਟੱਪਾਇਆ? ਕਹਿੰਦੇ ਹਾਂ। ਚੱਲ ਤੂੰ ਇੱਕ ਹੋਰ ਹੱਦ ਟੱਪਣੀ ਆਪਾਂ, ਜ਼ਿਲ੍ਹਾ ਕਹਿ ਲਓ ਵੀ ਹੱਦ ਟੱਪ ਕੇ ਅਗਲੇ ਜ਼ਿਲ੍ਹੇ ਵਿੱਚ ਜਾਣਾ। ਕਹਿਣ ਲੱਗੇ ਚਲੋ, ਉਹਨਾਂ ਨੂੰ ਵੀ ਵਿੱਚ ਬਿਠਾ ਲਿਆ, ਅਗਲੀ ਹੱਦ ਟੱਪ ਗਏ। ਹੁਣ ਰਾਜਾ ਤੀਜੀ ਹੱਦ ਵਿੱਚ ਚਲਿਆ ਗਿਆ, ਮਹਾਤਮਾ ਦੂਜੀ ਹੱਦ ਵਿੱਚ ਚਲੇ ਗਏ, ਕਿਉਂਕਿ ਉਹ ਪਰਮਾਤਮਾ ਦੇ ਨੇੜੇ ਨੇ। ਰੱਬ ਨੂੰ ਉਸ ਰਾਜੇ ਨੂੰ ਹੋਰ ਤੀਜੀ ਹੱਦ ਵਿੱਚ ਚੱਕ ਕੇ ਠੋਕਿਆ। ਉੱਥੇ ਵੀ ਮਹਾਤਮਾ ਬੈਠੇ ਨੇ ਆਪਣੇ ਉਸ ਟੁੱਟੀ ਹੋਈ ਛੰਨ ਦੇ ਵਿੱਚ, ਧੂਣਾ ਚੱਲਦਾ ਉਹਨਾਂ ਦੇ ਮੂਹਰੇ ਵੀ, ਪੱਟੀ ਹੋਈ ਬੋਰੀ ਉੱਤੇ ਰਾਜਾ ਵੀ ਜਾ ਕੇ ਬੈਠ ਗਿਆ, ਕਿਉਂਕਿ ਅੰਦਰ ਤੜਫ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਹਿੰਦੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਨਾ, ਉਹ ਅੰਮ੍ਰਿਤ ਰੂਪੀ ਜਿਹੜਾ ਰਸ ਹੈ ਉਹ ਚੱਖਦੇ ਨੇ। ਜਿਨ੍ਹਾਂ ਨੂੰ ਪਿਆਸ ਹੀ ਨਹੀਂ ਹੈ, ਉਦਾਹਰਣ ਤੌਰ 'ਤੇ ਲਾ ਲਓ, ਜੇਠ ਹਾੜ ਦਾ ਮਹੀਨਾ ਹੋਵੇ, ਕਿਸੇ ਬੰਦੇ ਨੂੰ ਪਿਆਸ ਨਾ ਹੋਵੇ, ਪਿਆਸ, ਉਹਨੂੰ ਠੰਡੇ ਪਾਣੀ ਦਾ ਗਲਾਸ ਫਰਿੱਜ ਵਿੱਚ ਭਰ ਕੇ ਦੇ ਦਿਓ, ਉਹ ਹੱਥ ਵਿੱਚ ਗਲਾਸ ਫੜ ਕੇ ਗੱਲਾਂ ਮਾਰੀ ਜਾਊਗਾ, ਇਹਨੂੰ ਕਦੋਂ ਪੀਵਾਂ, ਕਿੰਨਾ ਕੁ ਪੀਵਾਂ, ਕਿਵੇਂ ਪੀਵਾਂ, ਉਹ ਇਸ ਤਰ੍ਹਾਂ ਗੱਲਾਂ ਮਾਰੀ ਜਾਊਗਾ। ਬਸ ਸਮਝ ਲਓ ਵੀ ਇਹਨੂੰ ਪਿਆਸ ਨਹੀਂ ਹੈ। ਇੱਕ ਮਨੁੱਖ ਨੂੰ ਪਿਆਸ ਹੈ, ਠੰਡੇ ਪਾਣੀ ਦਾ ਨਹੀਂ, ਤੱਤੇ ਪਾਣੀ ਦਾ ਗਲਾਸ ਭਰ ਕੇ ਦੇ ਦਿਓ, ਫਟਾਫਟ ਫੜਨਸਾਰ ਨਾਲ ਦੀ ਨਾਲ ਪੀ ਜੂਗਾ, ਸਮਝ ਲਓ ਇਹਨੂੰ ਪਿਆਸ ਹੈ। ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰ ਦੇ, ਮੈਨੂੰ ਵੀ ਦੱਸ ਦੇ ਮੈਨੂੰ ਮਨੁੱਖਾ ਦੇਹੀ ਕਿਵੇਂ ਮਿਲੀ ਹੈ। ਫਿਰ ਗੁਰੂ ਸਾਹਿਬ ਜੀ ਇੱਕ ਸ਼ਰਤ 'ਤੇ ਦੱਸ ਦੇਣਗੇ, ਤੈਨੂੰ ਇੱਕ ਕੰਮ ਕਰਨਾ ਪਊਗਾ। ਉਹ ਕੀ? ਕਿਹੜਾ? ਮਨ ਵਿੱਚ ਹੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਤੇਰੇ ਕਾਰਜ ਲੈ ਰਾਸ ਹੁਣ ਕਰ ਦਿੰਦਾ, ਪਰ ਇੱਕ ਕੰਮ ਕਰ ਲੈ। ਕਿਹੜਾ ਜੀ? ਮਨ ਤਾਂ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵੇਚ ਦੇ ਗੁਰਾਂ ਨੂੰ ਆਪਣਾ, ਕਾਰਜ ਤੇਰੇ ਰਾਸ ਹੋਣਗੇ। ਮਨ ਵਿੱਚ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ।
ਪੰਗਤੀ ਨੇ ਸਵਾਲ ਕਰਤਾ, ਦੂਜੀ ਦੇ ਨਾਲ ਦੀ ਨਾਲ ਜਿਹੜਾ ਹੱਲ ਕੱਢ ਦਿੱਤਾ, ਭਾਵ ਉਹਦਾ ਜਵਾਬ ਦੇ ਦਿੱਤਾ। ਮਨ ਵਿੱਚ ਹੈ ਸਤਿਗੁਰ ਕੇ ਪਾਸ। ਮਹਾਰਾਜ ਜੀ ਜੇ ਮੈਂ ਮਨ ਵਿੱਚ ਤਾਂ ਫੇਰ ਕੀ ਹੋਊਗਾ? ਕਹਿੰਦੇ ਤੇਰੇ ਕਾਰਜ ਰਾਸ ਹੋ ਜਾਣਗੇ, ਤੇ ਸੇਵਕ ਕੇ ਕਾਰਜ ਰਾਸ। ਹੁਣ ਤੀਸਰੇ ਮਹਾਤਮਾ ਕੋਲੇ ਬੈਠੇ ਨੇ ਜਾ ਕੇ, ਉਹ ਰੱਬ ਦੇ ਫਕੀਰ ਪਾਟੀ ਹੋਈ ਬੋਰੀ ਉੱਤੇ ਬੈਠੇ ਨੇ। ਉਹਨਾਂ ਨੇ ਵੀ ਹਾਲ ਚਾਲ ਪੁੱਛਿਆ ਸਾਰਾ, ਤੇ ਉਸ ਵਿਦਵਾਨ ਪੰਡਤ ਨੇ ਆਖਿਆ ਜੀ ਰਾਜਾ ਆਇਆ ਤੁਹਾਡੇ ਕੋਲੇ, ਰਾਜਾ। ਮਹਾਰਾਜ ਜੀ ਕਹਿੰਦੇ ਰਾਜਿਆਂ ਨੂੰ ਕੀ ਲੋੜ ਪੈ ਗਈ ਆਉਣ ਦੀ ਸਾਡੇ ਕੋਲੇ? ਸਾਧੂਆਂ ਕੋਲੇ ਰਾਜੇ ਨਹੀਂ ਆਉਂਦੇ ਹੁੰਦੇ, ਸਾਧੂਆਂ ਕੋਲੇ ਤਾਂ ਸਾਧੂ ਹੀ ਆਉਂਦੇ ਹੁੰਦੇ ਨੇ। ਦੱਸੋ ਰਾਜਨ ਕਿਸ ਚੀਜ਼ ਦੀ ਲੋੜ ਹੈ? ਦੇਖਿਆ ਜਗਿਆਸੂ ਹੈ। ਰਾਜੇ ਨੇ ਹੱਥ ਬੰਨ੍ਹ ਕੇ ਆਖਿਆ ਕਿਸੇ ਚੀਜ਼ ਦੀ ਲੋੜ ਨਹੀਂ, ਸਭ ਕੁਝ ਹੈ, ਤੁਹਾਡੀ ਕਿਰਪਾ ਹੈ, ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਹੈ ਮੇਰੇ ਕੋਲੇ। ਪਰ ਮੈਂ ਤਾਂ ਇੱਕ ਸਵਾਲ ਦਾ ਜਵਾਬ ਲੈ ਕੇ ਆਇਆ ਤੁਹਾਡੇ ਕੋਲੇ, ਕਿਰਪਾ ਕਰੋ ਮੈਨੂੰ ਉੱਤਰ ਦੇ ਦਿਓ। ਕਹਿੰਦੇ ਦੱਸ। ਮਹਾਤਮਾ ਨੇ ਉਸ ਜਿਹੜਾ ਨਾ ਹੈਗਾ ਧੂਣਾ ਸਾਹਮਣੇ, ਉਹਦੇ ਵਿੱਚ ਇੱਕ ਮੁੱਠੀ ਭਰੀ ਸਵਾਹ ਦੀ ਹੱਥ ਉੱਥੇ ਰੱਖ ਲਈ, ਫੱਕਾ ਮਾਰਿਆ ਤੇ ਪਾਣੀ ਪੀ ਲਿਆ। ਹਾਂ ਰਾਜਨ ਦੱਸ ਤੇਰਾ ਸਵਾਲ ਕੀ ਹੈ? ਰਾਜੇ ਨੇ ਕਿਹਾ ਜੀ ਮੈਂ ਤਾਂ ਇਹ ਪੁੱਛਣ ਵਾਸਤੇ ਆ, ਮੈਂ ਕਿੱਡੇ ਕੁ ਵੱਡੇ ਪੁੰਨ ਕਰਮ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲੀ ਹੈ। ਕੋਈ ਮੈਂ ਪੁੰਨ ਕਰਮ ਕੀਤਾ? ਮਹਾਤਮਾ ਕਹਿਣ ਲੱਗੇ ਹਾਂ ਰਾਜਨ ਤੇਰਾ ਬਹੁਤ ਵੱਡਾ ਪੁੰਨ ਹੈ, ਇਹ ਐਵੇਂ ਨਹੀਂ ਮਨੁੱਖਾ ਦੇਹੀ ਮਿਲਦੀ, ਤਾਂ ਕੋਈ ਵੱਡਾ ਪੁੰਨ ਕੀਤਾ ਉਹਨੇ, ਕੁਛ ਬੀਜਿਆ ਹੋਣਾ, ਉਹ ਸੱਚੀ ਦਰਗਾਹ ਦੇ ਵਿੱਚ ਜਾਣ ਵਾਸਤੇ ਕੋਈ ਨਾ ਕੋਈ ਤਾਂ ਜਿਹੜਾ ਉਹ ਕਰਾਇਆ ਪੱਲੇ ਬੰਨਿਆ ਹੋਣਾ ਅੱਗੇ ਮਾਲਕ ਦੀ ਦਰਗਾਹ ਦੇ ਵਿੱਚ ਜਾਣ ਵਾਸਤੇ। ਦੱਸੋ ਕਿਰਪਾ ਕਰੋ ਫਿਰ ਮੈਂ ਕਿੱਡੇ ਕੁ ਵੱਡੇ ਪੁੰਨ ਕੀਤੇ ਨੇ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲਦੀ ਹੈ? ਰਾਜਨ ਦੱਸਦਾ ਤਾਂ ਮੈਨੂੰ ਹੁਣੀ ਦਿੰਦਾ ਮੈਂ ਤੈਨੂੰ, ਪਰ ਤੇਰੀ ਇੱਕ ਹੱਦ ਹਜੇ ਰਹਿੰਦੀ ਹੈ। ਮੇਰਾ ਭਰਾ ਇੱਕ ਹੱਦ ਟੱਪਿਆ ਆ, ਮੈਂ ਵੀ ਤੁਹਾਡੇ ਨਾਲ ਚੱਲਦਾ, ਮੇਰੀ ਦੂਜੀ ਹੱਦ ਹੋ ਜੂਗੀ, ਮੇਰੇ ਭਰਾ ਦੀ ਤੀਜੀ ਹੋ ਜੂ, ਰਾਜਨ ਤੇਰੀ ਚੌਥੀ ਹੱਦ ਹੋ ਜੂਗੀ। ਭਾਵ ਸ਼ਰੀਅਤ ਵਿੱਚੋਂ ਕੱਢ ਕੇ ਮਹਾਤਮਾ ਕਹਿੰਦੇ ਨੇ ਇਹ ਸ਼ਰ੍ਹਾ ਦੇ ਵਿੱਚੋਂ ਪਾਸੇ ਹੋ ਜਾ ਇੱਕ ਪਾਸੇ, ਫਿਰ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜੂਗੀ। ਕਿਤੇ ਇੱਥੇ ਨਾ ਹੱਥ ਧੋਂਦਾ ਪੈਰ ਧੋਂਦਾ ਫਿਰੀ ਜਾਈ, ਉਹ ਤੇਰੀ ਇੰਨੇ ਨੂੰ ਉਮਰ ਬੀਤ ਜੂਗੀ। ਜਿਸ ਸੱਚੇ ਮਾਰਗ ਉੱਤੇ ਜਾਣਾ ਨਾ ਤੂੰ ਕਿਤੇ ਉਹ ਨਾ ਭੁੱਲ ਜਾਵੀਂ। ਇਹ ਸਰੀਰ ਦੀਆਂ ਕਿਰਿਆਵਾਂ ਨੇ, ਜ਼ਰੂਰ ਕਰਨੀਆਂ ਨੇ, ਸਰੀਰ ਦੀ ਕਿਰਿਆ ਕਰਨੀ ਹੈ ਜ਼ਰੂਰ, ਪਰ ਮਹਾਰਾਜ ਜੀ ਕਹਿੰਦੇ ਕਈ ਸਰੀਰ ਦੀ ਕਿਰਿਆ ਦੇ ਵਿੱਚ ਹੀ ਭੁੱਲ ਜਾਂਦੇ ਨੇ, ਇੱਥੇ ਉਲਝ ਜਾਂਦੇ ਨੇ, ਪਰ ਪਰਮਾਤਮਾ ਦਾ ਮਾਰਗ ਕੋਈ ਹੋਰ ਹੈ। ਪੁੱਛ ਲਓ ਰੱਬ ਤੋਂ ਬਿੰਦੇ ਬਿੰਦੇ ਫਰਮਾਨ ਕਰਦੇ। ਮਹਾਰਾਜ ਜੀ ਕਹਿੰਦੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਚੱਲ ਉਸ ਪਰਮਾਤਮਾ ਦੇ ਮਾਰਗ ਦੇ ਉੱਤੇ, ਸੱਚੇ ਮਾਰਗ ਦੇ ਉੱਤੇ ਚੱਲ, ਉਹ ਝੂਠੇ ਮਾਰਗ ਨਾ ਦੇਖ। ਜਦੋਂ ਤੂੰ ਸੱਚੇ ਮਾਰਗ ਉੱਤੇ ਚੱਲਦਾ ਰਿਹਾ ਫਿਰ ਤੇਰੀ ਜਹਾਨ ਉਸਤਤ ਵੀ ਕਰੂਗਾ, ਤੈਨੂੰ ਪਰਮਾਤਮਾ ਦੇ ਘਰ ਦਾ ਰਸਤਾ ਵੀ ਪਤਾ ਲੱਗ ਜੂ ਵੀ ਆਹ ਰਸਤਾ ਹੈ। ਮਹਾਤਮਾ ਕਹਿਣ ਲੱਗੇ ਅੱਗੇ ਚੱਲੀਏ? ਕਹਿੰਦੇ ਜੀ ਚਲੋ ਅੱਗੇ। ਇੱਕ ਹੋਰ ਰਾਜਨ, ਇੱਕ ਤੂੰ, ਇੱਕ ਆ ਜਿਹੜਾ ਮਹਾਤਮਾ ਤੇਰੇ ਨਾਲ ਆਏ ਨੇ, ਇੱਕ ਇਹ, ਇੱਕ ਮੈਂ, ਆਪਾਂ ਤਿੰਨੇ ਸਕੇ ਭਰਾ ਹਾਂ। ਰਾਜਾ ਵੇਖ ਕੇ ਹੈਰਾਨ ਹੋ ਗਿਆ, ਕਹਿੰਦਾ ਆ ਪਾਟੀ ਬੋਰੀ ਉੱਤੇ ਬੈਠਣ ਵਾਲੇ ਸਾਧ ਕਹਿੰਦੇ ਅਸੀਂ ਤੇਰੇ ਭਰਾ ਹਾਂ? ਕਹਿੰਦੇ ਹਾਂ ਅਸੀਂ ਤੇਰੇ ਭਰਾ ਹਾਂ। ਇਹ ਵੀ ਕੋਈ ਪਿਛਲਾ ਲੇਖਾ ਜੋਖਾ ਹੁੰਦਾ ਪਿਆਰਿਓ, ਲੈਣੇ ਦੇਣੇ ਦੇ ਸੰਬੰਧ ਹੁੰਦੇ ਨੇ, ਜਿਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਪਤਾ ਨਹੀਂ ਲੱਗਦਾ ਵੀ ਕਿੱਧਰ ਜਾ ਕੇ ਮਨੁੱਖ ਨੇ ਜਨਮ ਧਾਰਨ ਕਰ ਲੈਣਾ। ਇੱਕ ਮਹਾਤਮਾ ਤੁਰੇ ਜਾਂਦੇ ਆ, ਹਰਿਦੁਆਰ ਜਾਣਾ ਉਹਨਾਂ ਨੇ, ਉੱਥੇ ਜਿਹੜਾ ਲੰਗਰ ਲਾਉਣਾ ਜਾ ਕੇ, ਕੋਈ ਸ਼ਾਹੂਕਾਰ ਨੇ ਮਹਾਤਮਾ ਨੂੰ ਬੇਨਤੀ ਕਰੀ, ਮਹਾਤਮਾ ਜੀ ਕਿੱਥੇ ਜਾਂਦੇ ਹੋ? ਕਹਿੰਦੇ ਜੀ ਅੱਗੇ ਅਸੀਂ ਹਰਿਦੁਆਰ ਜਾਣਾ। ਅੱਛਾ ਇਉਂ ਕਰੋ ਮੇਰੇ ਕੋਲੇ ਸਮਾਂ ਘੱਟ ਹੈ, ਵੀ ਹਰਿਦੁਆਰ ਜਾ ਕੇ ਤੁਸੀਂ ਮੇਰੇ ਨਾਂ 'ਤੇ ਲੰਗਰ ਲਾ ਦਿਓ, ਮੈਥੋਂ ਮਾਇਆ ਲੈ ਜਾਓ, ਦੇਣੇ ਲੈਣੇ ਦੀ ਸੰਬੰਧ ਵੀ ਗੱਲ ਕਰਦੇ। ਉਹ ਕਹਿੰਦੇ ਜੀ ਚਲੋ ਠੀਕ ਹੈ। ਮਹਾਤਮਾ ਕਹਿਣ ਲੱਗੇ ਜੰਗਲ ਦਾ ਰਸਤਾ, ਮੈਂ ਪੈਸਿਆਂ ਦੀ ਥੈਲੀ ਤੇਰੀ ਚੁੱਕ ਕੇ ਨਹੀਂ ਲਿਜਾਂਦਾ, ਹੱਥ ਮੈਂ ਲਾਉਣਾ ਨਹੀਂ, ਮੈਂ ਬਰਕਤ ਹਾਂ। ਫਿਰ ਕਿਵੇਂ ਲੈ ਕੇ ਜਾਓਗੇ? ਕਹਿੰਦੇ ਉਹਨਾਂ ਨੇ ਇੱਕ ਬਾਂਸ ਲਿਆਂਦਾ, ਬਾਂਸ ਵਿੱਚੋਂ ਥੋਥਾ ਹੁੰਦਾ ਨਾ, ਭਗਤ ਕਬੀਰ ਜੀ ਨੇ ਕਿਹਾ, ਕਹਿੰਦੇ ਬਾਂਸ ਅੰਦਰੋਂ ਥੋਥਾ ਹੁੰਦਾ, ਬਾਂਸ ਵਡਾਏ ਬੁੱਢਿਓ ਮਤ ਡੁੱਬੋ ਕੋਏ, ਚੰਦਨ ਕਾ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਬਾਂਸ ਅੰਦਰੋਂ ਥੋਥਾ, ਇੱਕ ਔਗਣ ਉਹਦੇ ਵਿੱਚ ਇਹ। ਕਹਿੰਦੇ ਬਾਂਸ ਦੇ ਵਿੱਚ ਹੋਰ ਗਲੀ ਕੱਢ ਕੇ ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਦਿੱਤੀਆਂ ਬਾਂਸ ਦੇ ਵਿੱਚ। ਉਹ ਸ਼ਾਹੂਕਾਰ ਨੇ ਆਖਿਆ ਮੇਰੇ ਨਾਂ 'ਤੇ ਉੱਥੇ ਛੇਤਰ ਲਾ ਦਿਓ, ਲੰਗਰ ਲਾ ਦਿਓ। ਕਹਿੰਦੇ ਜੀ ਚਲੋ ਠੀਕ ਹੈ। ਮਹਾਤਮਾ ਲੈ ਕੇ ਤੁਰ ਪਏ, ਰਸਤੇ ਦੇ ਵਿੱਚ ਜੰਗਲ ਵਿੱਚ ਜਾ ਕੇ ਪੈ ਜਾਂਦੇ ਨੇ, ਪਰ ਉਹ ਸੋਟੀ ਕੰਨੀ ਧਿਆਨ ਜਾਂਦਾ ਬਾਰ-ਬਾਰ ਮਹਾਤਮਾ ਦਾ। ਅੱਜ ਇੱਕ ਸ਼ਾਹੂਕਾਰ ਦਾ ਘਰ ਨੇੜੇ ਸੀ, ਉੱਥੇ ਜਾ ਕੇ ਸੋਟੀ ਰੱਖ ਦਿੱਤੀ, ਭਾਈ ਆ ਮੇਰੀ ਸੋਟੀ ਰੱਖ ਲਓ, ਮੈਂ ਪਾਊਂਗਾ ਜੰਗਲ ਦੇ ਵਿੱਚ।
एक दरख्त के थले। चलो ठीक है जी, उन्होंने सोटी रख दी। महात्मा जाके जंगल में पै गए। शाहूकार के घर वाली अंमृत वेले उठी, उठ के झाड़ू बहारू कर लगी। वो सोटी में हथ वजया, मोहरां खिंड गईयां। वो देख के हैरान हो गई, साध कोले किन्ने पैसे है। उन्हें सारिया मोहरां कढ़ के ने विचों ठिकरियां भर दित्तियां, मोहरां रख लियां। महात्मा ने सोटी चुकी, अपने सुभाव मुताबक अगे हरिद्वार जाके पहुँच गए। जाके उत्थे एक शाहूकार की दुकान ते अर्ज करी, भाई आ फलाने शाहूकार दे एक लंगर ला दे उहदे नां ते, जिन्नी क भेटा बनदी है तैनूं मैं दे दिना है। वो कहंदा जी ठीक है। महात्मा ने लंगर ला दिता। उस शाहूकार ने सारी समाप्ति हो गई। आके महात्मा नूं कहण लगा जी आ पैसे दिओ मेरे, इन्ना क लंगर लाता। सोटी टेढ़ी करी, उहदे विचों मोहरां दी थां ते ठीकरियां निकलियां। देख के महात्मा हैरान हो गए, कहने लगे लिया तो मैं मोहरां सी, ठीकरियां किवें बन गईयां। फिर सारा ध्यान पिछे नूं मोड़ के देखिया, कहंदे हाँ वो शाहूकार दे घर मैं सोटी रखी सी, उत्थे पे ये मेरी माया गायब हो गई जिहड़ी। वो शाहूकार नूं कहण लगे शरधा रखण वाला सी, भरोसा रखण वाला, कहंदा कोई गल नहीं जे नहीं माया महात्मा जी, चलो मेरा भी लेखे लग गया। कहंदे नहीं, लिया बही खाता चक के इहदे उत्ते लिख, अज तो लैके 18 सालां नूं मैं तेरे पैसे दे दूंगा। अज तो 18वें साल नूं तू मैथों पैसे ले ली। दस दिता अज तो 18वें साल नूं फलाणे थां आ जी, उत्थे एक शाहूकार दे घर दे विच मैं तुहाडे पैसे वापस कर दूंगा। कहण लग्या जी ठीक है। महात्मा ने शरीर छड्डिया, शाहूकार दे घर जन्म ले लिया। अज ये देने लेने के संबंध ने। मर्जी ने गुरबाणी अंदर फरमान करिया, कली अंदर नानका जिन्ना दा अवतार। देखो पाठ तो भावे ही है, पर जो किसी टकसाल वाले को पढ़ांगे ना, फिर एक एक पाठ के 2-2 3-3 भाव अर्थ बन जाते हैं, 4-4 भी। संत गुरबचन सिंह खालसा पिंडरां वाले कल्ले एक ओंकार ते 6 महीने कथा करते, कल्ले एक ओंकार ते 6 महीने लगातार। ਜਦੋਂ 6 ਮਹੀਨੇ ਇੱਕ ਓਂਕਾਰ ਤੋਂ ਅੱਗੇ ਨਾ ਤੁਰੇ ਨਾ, ਜਿੰਨੇ ਉਹਨਾਂ ਦੇ ਵਿਦਿਆਰਥੀ ਸੀ ਉਹਨਾਂ ਨੇ ਆਪੋ ਆਪਣੇ ਕਸ਼ਹਿਰੇ ਪਰਨੇ ਚੱਕੇ ਤੇ ਤੁਰ ਪਏ। ਬਾਬਾ ਜੀ ਕਹਿਣ ਲੱਗੇ ਸਿੱਖੋ, ਵਿਦਿਆਰਥੀਆਂ ਨੂੰ, ਬੱਚਿਓ ਤੁਸੀਂ ਕਿੱਧਰ ਚੱਲੇ ਹੋ, ਹਜੇ ਕਥਾ ਸੰਪੂਰਨ ਤਾਂ ਹੋਈ ਨਹੀਂ। ਕਹਿੰਦੇ ਜਦੋਂ ਨੂੰ ਤੁਸੀਂ ਜਪਜੀ ਸਾਹਿਬ ਦੀ ਕਥਾ ਕਰੋਗੇ ਉਦੋਂ ਨੂੰ ਅਸੀਂ ਬੁੜੇ ਹੋ ਕੇ ਮਰ ਜਾਾਂਗੇ। ਬੋਲੋ ਸਤਨਾਮ ਵਾਹਿਗੁਰੂ। ਦੇਖੋ ਅੱਜ ਦਾ ਸਿੱਖ ਬਾਣੀ ਪੜ੍ਹਨ ਨੂੰ ਮਿੰਟ ਲਾਓ, ਚਲੋ ਜੀ ਪੜ੍ਹਤੀ ਜੀ ਬਾਣੀ ਮੈਂ ਗ੍ਰੰਥੀ ਬਣ ਗਿਆ, ਪਰ ਨਹੀਂ, ਜਿੰਨਾ ਚਿਰ ਗੁੱਟ ਤੇ ਨਹੀਂ ਨਾ ਪੈਂਦੀ ਉਹਨਾਂ ਚਿਰ ਪਤਾ ਨਹੀਂ ਲੱਗਦਾ। ਉਧਰ ਹੁਣ ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਕਲੀ ਅੰਦਰ ਨਾਨਕਾ। ਇਹੀ ਪਾਠ ਕਰੋਗੇ ਨਾ ਸਾਰੇ ਅਸੀਂ ਵੀ ਇਹੀ ਕਰਦੇ ਹਾਂ, ਪਰ ਉੱਥੇ ਕਹਿੰਦੇ ਕਲੀ ਅੰਦਰ ਨਾਨਕਾ। ਕਲੀ ਤੋਂ ਭਾਵ ਕਲਯੁਗ ਦੇ ਵਿੱਚ ਇਹੋ ਜਿਹੇ ਅਵਤਾਰ ਜਿਹੜੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਭੂਤ ਪ੍ਰੇਤਾਂ ਦਾ ਅਵਤਾਰ ਹੁੰਦਾ। ਕਹਿੰਦੇ ਕਲਯੁਗ ਦੇ ਵਿੱਚ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੇਊਰਾ ਧੇਊ ਜਨੇਊਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਕਹਿੰਦੇ ਅੱਜ ਕਲਯੁਗ ਦਾ ਸਮਾਂ, ਉਹ ਜਿਹੜੇ ਮਹਾਰਾਜੇ ਜਨਕ ਨੇ ਆਪਣੀ ਪੁਰੀ ਦੇ ਵਿੱਚੋਂ ਕੱਢਿਆ, ਜੋ ਹੀ ਜਨਮ ਲੈ ਰਹੇ ਨੇ। ਚਲੋ ਖੈਰ ਮੈਂ ਆਪਣੇ ਵਿਸ਼ੇ ਨਾਲ ਜੋੜਾਂ। ਹੁਣ ਮਹਾਤਮਾ ਨੇ ਆ ਕੇ ਉਸ ਰਾਜੇ ਦੇ, ਉਸ ਸ਼ਾਹੂਕਾਰ ਦੇ ਘਰ ਦੇ ਵਿੱਚ ਪੁੱਤਰ ਬਣ ਕੇ ਜਨਮ ਲੈ ਲਿਆ, ਜੋ 18 ਸਾਲਾਂ ਦਾ ਹੋ ਗਿਆ। ਉਧਰ ਉਹਨੇ ਬਹੀ ਚੁੱਕੀ ਆਪਣੀ, ਦੇਖਿਆ ਮੈਨੂੰ 18ਵਾਂ ਸਾਲ ਕਹਿ ਕੇ ਗਏ ਸੀ, ਅੱਜ 18 ਸਾਲ ਪੂਰੇ ਹੋ ਗਏ। ਆ ਗਿਆ ਉਸ ਦੁਕਾਨ ਦੇ ਉੱਤੇ ਬੈਠਾ ਹੈ, ਉਹ ਸ਼ਾਹੂਕਾਰ ਦਾ ਪੁੱਤਰ ਬਣ ਕੇ ਮਹਾਤਮਾ ਬੈਠਾ ਹੈ। ਸਿਆਣ ਲਿਆ ਉਹਦੀ। ਆਗੇ ਕਹਿੰਦੇ ਜੀ ਹਾਂ ਆਹ ਲਓ ਆਪਣੇ ਪੈਸੇ, ਜਿਹੜਾ ਤੁਸੀਂ ਜੱਗ ਕੀਤਾ ਸੀ ਨਾ ਉਸ ਜੱਗ ਦੇ ਪੈਸੇ ਲਓ ਸਾਰੇ। ਜਦੋਂ ਪੈਸੇ ਫੜਾ ਦਿੱਤੇ, ਉਹ ਪੈਸੇ ਲੈ ਕੇ ਅਜੇ ਬਾਹਰਲੇ ਪਾਸੇ ਹੋਇਆ, ਉਸੇ ਵਕਤ ਜਿਹੜਾ ਪੁੱਤਰ 18 ਸਾਲਾਂ ਦਾ ਸੀ ਉਹ ਧਰਤੀ ਤੇ ਢੇਰੀ ਹੋ ਗਿਆ, ਮਰ ਗਿਆ। ਭਾਵ ਕਹਿਣ ਤੋਂ ਰੌਲਾ ਪੈ ਗਿਆ। ਜਦੋਂ ਰੌਲਾ ਪਿਆ, ਕਹਿੰਦੇ ਆਹ ਜਿਹੜਾ ਆਇਆ ਸੀ ਨਾ ਸ਼ਾਹੂਕਾਰ, ਇਹਨੇ ਪੁੱਤਰ ਨੂੰ ਮਾਰਤਾ, ਇਹਨੂੰ ਫੜ ਲਓ। ਇਹਨੂੰ ਫੜ ਲਿਆ, ਕੈਦ ਕਰ ਲਿਆ। ਪੁੱਛਿਆ ਜਦੋਂ ਤੂੰ ਆਇਆ ਉਦੋਂ ਪੁੱਤਰ ਠੀਕ ਸੀ, ਜਦੋਂ ਤੂੰ ਗਿਆ ਉਸ ਵਕਤ ਪੁੱਤਰ ਮਰ ਗਿਆ, ਤੇਰੇ ਉੱਤੇ ਸਿੱਧਮ ਸਿੱਧੀ ਸ਼ੰਕਾ ਹੈ। ਫਿਰ ਉਹਨੇ ਸਾਰੀ ਗੱਲ ਦੱਸੀ। ਅੱਜ ਤੋਂ 18 ਸਾਲ ਨੂੰ ਪਿੱਛੇ ਮੁੜ ਕੇ ਦੇਖੋ, ਤੁਹਾਡੇ ਘਰ ਕੋਈ ਸਾਧੂ ਆਇਆ ਸੀ? ਕਹਿੰਦੇ ਹਾਂ। ਉਹਦੇ ਬਾਂਸ ਵਿੱਚੋਂ ਤੁਸੀਂ ਪੈਸੇ ਕੱਢੇ ਸੀ? ਕਹਿੰਦੇ ਹਾਂ। ਉਹਨੇ ਜਾ ਕੇ ਜੱਗ ਕਰਾਇਆ ਮੈਥੋਂ, ਮੈਂ ਜੱਗ ਕੀਤਾ। ਜਦੋਂ ਉਹਨਾਂ ਨੇ ਸੋਟੀ ਟੇਢੀ ਕਰਕੇ ਵੇਖੀ, ਉਹਦੇ ਵਿੱਚੋਂ ਕੋਈ ਪੈਸਾ ਨਾ ਮਿਲਿਆ। ਇਹ ਤੁਹਾਡੇ ਘਰ ਉਹੀ ਸਾਧੂ ਪੁੱਤਰ ਬਣ ਕੇ ਨੇ ਉਹਨੇ ਜਨਮ ਲਿਆ। ਮੇਰਾ ਤੇ ਇਹ ਸਾਧੂ ਦਾ ਹਿਸਾਬ ਕਿਤਾਬ ਪੂਰਾ ਹੋ ਗਿਆ। ਮੇਰਾ ਕਰਜ਼ ਉਤਾਰਨ ਵਾਸਤੇ ਤੁਹਾਡੇ ਘਰ 18 ਸਾਲ ਰਿਹਾ ਪੁੱਤਰ ਬਣ ਕੇ ਸਾਧੂ। ਮੇਰਾ ਕਰਜ਼ ਪੂਰਾ ਹੋ ਗਿਆ, ਜੋ ਆਪਣੇ ਮਾਤ ਲੋਕ ਨੂੰ ਛੱਡ ਕੇ ਦਰਗਾਹ ਦੇ ਵਿੱਚ ਚਲਿਆ ਗਿਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਦੇਣੇ ਲੈਣੇ ਕੇ ਸੰਬੰਧ ਹੁੰਦੇ ਨੇ। ਚਲੋ ਮੈਂ ਤੁਹਾਨੂੰ ਅੱਗੇ ਦਿਖਾਵਾਂ। ਕਹਿੰਦੇ ਇਦੂ ਚੌਥੀ ਹੱਦ ਤੇ ਰਾਜਨ ਚੱਲੀਏ। ਕਹਿੰਦਾ ਜੀ ਚਲੋ। ਫਿਰ ਉੱਥੇ ਵਿਦਵਾਨ ਲਿਖਦਾ, ਹੱਦ ਟੱਪੇ ਔਲੀਆ ਬੇਹੱਦ ਟੱਪੇ ਪੀਰ,
ਹੱਦ ਵਿਹੱਦ ਦੋਨੋਂ ਟੱਪੇ ਤਿਨਕਾ ਨਾਉ ਫਕੀਰ। ਕਹਿੰਦੇ ਜਿਹੜੀਆਂ ਸਾਰੀਆਂ ਹੱਦਾਂ ਟੱਪ ਜੇ ਨਾ ਸ਼ਰੀਅਤ ਦੀਆਂ ਹੱਦਾਂ, ਕਹਿੰਦੇ ਉਹਨੂੰ ਕੀ ਕਹਿੰਦੇ ਨੇ? ਉਹਨੂੰ ਫਕੀਰ ਕਹਿੰਦੇ ਨੇ। ਨਾ ਉਹਨੂੰ ਕੱਪੜੇ ਪਾਉਣ ਦਾ, ਨਾ ਉਹਨੂੰ ਕੋਈ ਰੋਟੀ ਖਾਣ ਦਾ, ਉਹਦਾ ਬਸ ਇੱਕੋ ਇੱਕ ਤਾਰ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ। ਜਿਹਦੀ ਤਾਰ ਰੱਬ ਦੇ ਨਾਲ ਜੁੜ ਜਾਂਦੀ ਆ, ਝੂਠੀਆਂ ਵਸਤੂਆਂ ਤਾਂ ਫਿਰ ਉਹਦੇ ਵਾਸਤੇ ਤੁੱਛ ਚੀਜ਼ ਨੇ, ਉਹ ਸਮਝਦੇ ਹੀ ਨਹੀਂ। ਉਹ ਤਾਂ ਇੱਕੋ ਹੀ ਕਹਿੰਦੇ ਨੇ, ਰਾਜ ਨ ਚਾਹੂੰ ਮੁਕਤ ਨ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਬਸ ਇੱਕੋ ਇੱਕ ਮੈਨੂੰ ਤਾਂ ਪਰਮਾਤਮਾ ਦੇ ਚਰਨਾਂ ਦੀ ਪ੍ਰੀਤੀ ਮਿਲ ਜਾਵੇ, ਬਾਕੀ ਇਹ ਵਸਤੂਆਂ ਝੂਠੀਆਂ ਨੇ ਸਾਰੀਆਂ। ਅੱਗੇ ਚਲੇ ਗਏ। ਚੌਥੀ ਹੱਦ, ਬੇਹੱਦ ਬੇਹੱਦ ਦੋਨੋਂ ਟੱਪੇ ਤਿਨਕਾ ਨਾਉ ਫਕੀਰ। ਰਾਜੇ ਨੂੰ ਵੀ ਫਕੀਰ। ਰਾਜੇ ਨੂੰ ਕਹਿੰਦੇ ਦੇਖ ਅੱਜ ਤੂੰ ਕਿਹੜੀ ਹੱਦ ਦੇ ਵਿੱਚ ਫਿਰਦਾ, ਤੇਰੀ ਹੱਦ ਵਿੱਚ ਤੇਰਾ ਰਾਜ ਸੀ। ਇੱਥੇ ਕਿਹਦਾ ਰਾਜ ਹੈ? ਇੱਥੇ ਪਰਮਾਤਮਾ ਦਾ ਰਾਜ ਹੈ, ਉਸ ਰੱਬ ਦਾ ਰਾਜ ਹੈ। ਹਰ ਇੱਕ ਥਾਂ ਤੇ ਪਰਮਾਤਮਾ ਦਾ ਰਾਜ ਹੈ। ਅੱਗੇ ਇੱਕ ਮਹਿਲ, ਬੜਾ ਸੁੰਦਰ ਮਹਿਲ ਬਣਿਆ, ਵੱਡਾ ਮਹਿਲ ਬਣਿਆ ਹੋਇਆ। ਉਸ ਮਹਿਲ ਦੇ ਅੱਗੇ ਦੋਨੋਂ ਮਹਾਤਮਾ, ਇੱਕ ਰਾਜਾ, ਇੱਕ ਵਿਦਵਾਨ ਪੰਡਤ ਤੇ ਕੁਝ ਨਾਲ ਅਹਿਲਕਾਰ ਵਜ਼ੀਰ ਨੇ। ਉਸ ਜਿਹੜਾ ਰਾਜੇ ਦੇ ਮਹਿਲਾਂ ਦੇ ਅੱਗੇ ਜਾ ਕੇ ਜਿਹੜੇ ਉਹ ਪਹਿਰੇਦਾਰ ਖੜੇ ਸੀ ਭੱਜ ਕੇ ਆਏ, ਕੋਈ ਮਹਾਤਮਾ ਆਏ ਨੇ, ਨਾਲ ਕੋਈ ਰਾਜਾ ਵੀ ਹੈ ਉਹਨਾਂ ਦੇ। ਅਰਜ਼ ਕਰੀ ਮਹਾਤਮਾ ਨੂੰ ਮੱਥਾ ਟੇਕਿਆ ਕੇ ਰਾਜੇ ਨੂੰ ਰਾਮ ਸਲਾਮ ਕਰੀ, ਪੁੱਛਿਆ ਦੱਸੋ ਕਿਸ ਕੰਮ ਆਇਓ? ਕਹਿੰਦੇ ਰਾਜੇ ਨੂੰ ਲਿਆਓ ਬੁਲਾ ਕੇ ਅੰਦਰੋਂ, ਤੁਹਾਡੇ ਇਸ ਸ਼ਹਿਰ ਦਾ ਜਿਹੜਾ ਰਾਜਾ ਨਾ ਉਹਨੂੰ ਲਿਆਓ ਬੁਲਾ ਕੇ। ਬੁਲਾ ਲਿਆਂਦਾ। ਆ ਕੇ ਮਹਾਤਮਾ ਦਾ ਸਤਿਕਾਰ ਕਰਿਆ, ਕਿਉਂਕਿ ਉਹ ਸਾਧੂ ਮਹਾਤਮਾ ਦੀ ਸੰਗਤ ਕਰਨ ਵਾਲਾ ਸੀ। ਜਦੋਂ ਆ ਕੇ ਮੱਥਾ ਟੇਕਿਆ, ਉਸ ਰਾਜੇ ਨੇ ਪੁੱਛਿਆ, ਮਹਾਤਮਾ ਕਹਿਣ ਲੱਗੇ ਰਾਜਨ, ਆ ਵੀ ਜਿਹੜਾ ਨਾ ਇਹਦੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ ਛੋਟਾ ਜਿਹਾ, ਹੁਣੀ ਘੰਟੇ ਡੇਢ ਘੰਟੇ ਦੀ ਹੈ ਰਾਜਨ? ਕਹਿੰਦੇ ਹਾਂ ਜੀ। ਘੰਟੇ ਕਦਾ ਹੀ ਹੈ, ਬਸ ਬੱਚੀ ਹੈ ਛੋਟੀ ਜੀ, ਨਿੱਕੀ ਜੀ ਗੁੜੀਆ ਹੈ। ਮਹਾਤਮਾ ਕਹਿਣ ਲੱਗੇ ਛੇਤੀ ਚੱਕ ਕੇ ਲਿਆਓ ਉਹਨੂੰ। ਛੇਤੀ ਜਿਹੜੇ ਵਸਤਰਾਂ ਵਿੱਚ ਲਪੇਟ ਕੇ ਚੱਕ ਲਿਆਂਦੀ। ਦੱਸੋ, ਰਾਜੇ ਨੂੰ ਇਹ ਹੋ ਗਿਆ ਵੀ ਆਸ਼ੀਰਵਾਦ ਦੇਣਗੇ ਸ਼ਾਇਦ ਮਹਾਤਮਾ। ਕਹਿਣ ਲੱਗੇ ਤੇ ਅਸੀਂ ਕੁਝ ਗੱਲਾਂ ਕਰਨੀਆਂ ਨੇ। ਰਾਜੇ ਨੇ ਕਿਹਾ ਜੀ ਘੰਟੇ ਕੁ ਦੀ ਬੱਚੀ ਹੈ, ਇਹਨੇ ਕੀ ਬੋਲਣਾ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੈ ਮੇਰੇ ਨਾਲ ਕਰੋ, ਦੱਸੋ ਕੀ ਹੁਕਮ ਹੈ। ਮਹਾਤਮਾ ਨੇ ਫਿਰ ਗੁਰਬਾਣੀ ਦੀ ਪੰਕਤੀ ਪੜ੍ਹੀ। ਉਹ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਖਲ ਨਾਮ ਮੂਰਖ ਦਾ। ਕਹਿੰਦੇ ਗੁਰੂ ਜੀ ਜਿਹਦੇ ਉੱਤੇ ਮਿਹਰ ਕਰ ਦੇਣ, ਮੂਰਖਾਂ ਤੋਂ ਵੀ ਗਿਆਨ ਕਰਾ ਦਿੰਦਾ। ਛੱਜੂ ਝੀਵਰ ਵਰਗਿਆਂ ਤੋਂ ਜਮਾ ਗੂੰਗਾ ਬੋਲਾ ਸੀ, 8ਵੇਂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਉਹ ਤੋਂ ਅਰਥ ਕਰਾ ਦਿੱਤੇ ਗੀਤਾ ਦੇ। ਕਹਿਣ ਲੱਗੇ ਪਾ ਦੇ ਬੈੱਡ ਉੱਤੇ ਪਾ ਦਿੱਤੀ। ਰਾਜਾ ਵੀ ਬੈਠ ਗਿਆ, ਦੋਨੋਂ ਮਹਾਤਮਾ ਬੈਠ ਕੇ ਚਰਨਾਂ ਵਿੱਚ। ਪਰਜਾ ਬੈਠੀ ਆ, ਉਸ ਰਾਜੇ ਦੀ ਵੀ ਸਾਰੀ ਪਰਜਾ ਆ ਗਈ, ਮਾਤਾਵਾਂ ਆ ਗਈਆਂ। ਮਹਾਤਮਾ ਹੱਥ ਬੰਨ੍ਹ ਕੇ ਖੜੇ ਹੋ ਗਏ ਉਸ ਬੱਚੀ ਕੰਨੀ, ਪੈਰਾਂ ਵਾਲੇ ਪਾਸੇ ਖੜ ਕੇ ਹੱਥ ਬੰਨ੍ਹ ਕੇ ਆਖਿਆ ਬੱਚੀ। ਜਦੋਂ ਇਹ ਆਵਾਜ਼ ਦਿੱਤੀ, ਉਹ 1 ਘੰਟੇ ਦੀ ਬੱਚੀ ਸੀ, ਨਾਲ ਦੀ ਨਾਲ ਬੋਲੀ। ਕਿਰਪਾ ਹੋ ਗਈ ਸਾਧੂਆਂ ਦੀ। ਪਿੰਗਲ ਪਰਬਤ ਪਾਰ ਫਰੇ ਕਲ ਚਤਰ ਬਕੀਤਾ, ਅੰਦਲੇ ਤੇਰੇ ਭਵਨ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਾਧੂਆਂ ਦੀ ਮਹਿਮਾ ਜਿਹੜੀ ਹੈ, ਅੱਜ ਵਾਲਿਆਂ ਦੀ ਨਹੀਂ। ਜਿਹੜੇ ਹੈਣ ਬਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਕਹਿੰਦੇ ਜਿਹੜੇ ਉਹ ਮਹਾਤਮਾ ਨੇ, ਜਿਹੜੇ ਜਿਨ੍ਹਾਂ ਨੂੰ ਸਾਸ ਗਰਾਸ ਨਾ ਵਿਸਰੈ ਹਰ ਨਾਮਾ। ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹ ਬੱਚੀ ਬੋਲੀ ਹਾਂ ਮਹਾਤਮਾ ਜੀ ਦੱਸੋ। ਕਹਿੰਦੇ ਆ ਰਾਜਾ ਆਇਆ ਸਾਡੇ ਨਾਲ। ਬੱਚੀ ਕਹਿਣ ਲੱਗੀ ਦੱਸੋ ਕੀ ਹੁਕਮ ਹੈ। ਕਹਿਣ ਲੱਗੇ ਰਾਜਾ ਆਇਆ ਤੇਰੇ ਕੋਲੇ, ਪੁੱਛਦਾ ਵੀ ਮੈਂ ਕਿੰਨਾ ਕੁ ਵੱਡਾ ਪੁੰਨ ਕਰਮ ਕੀਤਾ ਜਿਸ ਕਰਕੇ ਮੈਨੂੰ ਮਨੁੱਖਾ ਦੇਹੀ ਮਿਲ ਗਈ। ਉਹ ਬੱਚੀ ਬੋਲੀ ਰਾਜਨ ਬੈਠ ਜਾਓ, ਫਿਰ ਇੱਥੇ ਇੱਕ ਪਾਸੇ ਹੋ ਕੇ ਨੇੜੇ ਬੈਠ ਜਾਓ। ਉਹ ਛੋਟੀ ਜੀ ਬੱਚੀ ਬੋਲੀ ਰਾਜਨ ਬਹਿ ਜਾ, ਮੈਂ ਤੈਨੂੰ ਦੱਸਦੀ ਐ। ਇੱਕ ਆ ਮਹਾਤਮਾ ਜਿਹੜਾ ਤੇਰੇ ਨਾਲ ਆਇਆ, ਅੱਗ ਖਾਣਾ, ਇੱਕ ਸੁਆਹ ਖਾਣਾ, ਇੱਕ ਤੂੰ ਤੇ ਇੱਕ ਮੈਂ, ਆਪਾਂ ਚਾਰੇ ਜਾਣੇ ਬੰਦਗੀ ਕਰਦੇ ਸੀ। ਤਪ ਤਾਪਨ ਤੇ ਤਪ ਤੇਜ ਵਧੈ। ਕਹਿੰਦੇ ਆਪਾਂ ਚਾਰੇ ਜਾਣੇ ਜੰਗਲ ਵਿੱਚ ਬੈਠ ਕੇ ਬੰਦਗੀ ਕਰਦੇ ਸੀ। ਇੱਕ ਦਿਨ ਨਹੀਂ, 2 ਦਿਨ ਨਹੀਂ, ਵੀ ਘੰਟਾ ਕੁ ਬੈਠ ਕੇ ਆ ਕੇ ਰੱਬ ਕੋਲੇ, ਮਹਾਰਾਜ ਕੋਲੇ ਘੰਟਾ ਕੁ ਬੈਠ ਕੇ ਚੌੜੇ ਹੋ ਗਏ ਨਹੀਂ। ਕਹਿੰਦੇ 12 ਸਾਲ ਲਗਾਤਾਰ ਬੈਠੇ ਰਹੇ, 12 ਸਾਲ। ਨੇੜੇ ਨਗਰ ਹੈ, ਉਸ ਨਗਰ ਵਿੱਚ ਉਹ ਬੱਚੀ ਕਹਿਣ ਲੱਗੀ ਮੈਂ ਵੀ ਤੁਹਾਡਾ ਭਰਾ ਹੈ, ਮੈਂ ਜਾ ਕੇ ਪ੍ਰਸ਼ਾਦਾ ਮੰਗ ਲਿਆਉਂਦਾ, ਆਪਾਂ ਇੱਕ ਇੱਕ ਛਕ ਕੇ ਫਿਰ ਪਰਮਾਤਮਾ ਦੀ ਬੰਦਗੀ। ਝਰਨਾ ਕੋਲ ਦੀ ਵਗਦਾ ਪਾਣੀ ਦਾ, ਉੱਥੋਂ ਆਪਾਂ ਪਾਣੀ ਦਾ ਗਲਾਸ ਭਰ ਕੇ ਪੀ ਲੈਂਦੇ, ਆਪਣਾ ਗੁਜ਼ਾਰਾ ਚਲੋ ਹੋ ਹੀ ਗਿਆ। 12 ਸਾਲ ਹੋ ਗਏ। ਕਹਿੰਦੇ ਅੱਜ ਫਿਰ ਪਰਮਾਤਮਾ ਨੇ ਕਸਵੱਟੀ ਲਾ ਦਿੱਤੀ, ਮੀਂਹ ਬਹੁਤਾ ਪੈਣ ਲੱਗ ਗਿਆ, ਬਹੁਤ ਜ਼ਿਆਦਾ ਮੀਂਹ ਪਿਆ। ਮੀਂਹ ਵੀ 1 ਮਹੀਨਾ ਲਗਾਤਾਰ ਪੈਂਦਾ ਰਿਹਾ। ਕਹਿੰਦੇ ਐ ਗੋਡੇ ਗੋਡੇ ਪਾਣੀ ਖੜ ਗਿਆ ਸਾਰੇ ਪਾਸੇ। ਰਾਜਨ
ਕਹਿੰਦੇ ਫਿਰ 1 ਮਹੀਨਾ ਮੀਂਹ ਪਈਗਾ ਲਗਾਤਾਰ, ਮੂਹਰੇਧਾਰ ਬਾਰਿਸ਼, ਕਿਸੇ ਪਾਸੇ ਰੋਟੀ ਦਾ ਕੋਈ ਪ੍ਰਬੰਧ ਨਾ ਹੋਇਆ, ਕੋਈ ਵੀ ਪ੍ਰਬੰਧ ਨਾ ਹੋਇਆ। ਫਿਰ ਬਾਬਾ ਜੀ ਕਹਿੰਦੇ ਫਰੀਦਾ ਮੌਤ ਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾਏ ਕੇ ਦਿਨੇ ਫੇਰ ਖੜੀ। ਕਹਿੰਦੇ ਮੌਤ ਇੱਕ ਵਾਰੀ ਆਉਂਦੀ ਹੈ ਜ਼ਿੰਦਗੀ ਵਿੱਚ, ਇੱਕ ਵਾਰੀ, ਮੌਤ ਬਾਰ-ਬਾਰ ਨਹੀਂ ਆਉਂਦੀ। ਜਿਵੇਂ ਮੈਂ ਪਹਿਲਾਂ ਅਰਜ਼ ਕਰਿਆ, ਅੰਤਮ ਅਰਦਾਸ ਇੱਕ ਵਾਰੀ ਹੁੰਦੀ ਹੈ, ਮੌਤ ਵੀ ਇੱਕ ਵਾਰੀ ਆਉਂਦਾ। ਬਾਬਾ ਫਰੀਦ ਜੀ ਕਹਿੰਦੇ ਭੁੱਖ 3 ਵਾਰੀ ਤੰਗ ਕਰਦੀ ਹੈ। ਮੌਤ ਦੇ ਨਾਲੋਂ ਭੁੱਖ ਦਾ ਜਿਹੜਾ ਦੁੱਖ ਬਹੁਤਾ ਜਿਹੜਾ ਔਖਾ ਹੈ। ਬਾਬਾ ਫਰੀਦ ਜੀ ਨੇ ਗੁਰਬਾਣੀ ਅੰਦਰ ਫਰਮਾਨ ਕਰਿਆ ਜੀ, ਕਹਿੰਦੇ ਮੌਤ ਤੋਂ ਬੁਰੀ ਭੁੱਖ ਹੁੰਦੀ ਐ ਫਰੀਦਾ, 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 ਹਾਂ ਮੌਤ ਤੋਂ ਬੁਰੀ ਭੁੱਖ ਹੁੰਦੀ ਐ ਫਰੀਦਾ, ਮੌਤ ਤੋਂ ਬੁਰੀ ਭੁੱਖ ਹੁੰਦੀ ਐ ਫਰੀਦਾ। ਹਾਂਜੀ ਫਰੀਦਾ, ਮੌਤ ਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾਏ ਕੈ ਆ ਦਿਨੇ ਫੇਰ ਖੜੀ। 1 ਮਹੀਨਾ ਹੋ ਗਿਆ ਮੀਂਹ ਪੈਂਦਿਆਂ ਨੂੰ, ਥੋੜਾ ਜਿਹਾ ਮੀਂਹ ਦਾ ਟਕਾ ਹੋਇਆ ਰਾਜਨ। ਫਿਰ ਮੈਂ ਨਾ ਪ੍ਰਸ਼ਾਦਾ ਲੈਣ ਵਾਸਤੇ ਜੰਗਲ ਦੇ ਵਿੱਚੋਂ ਆਪਣੇ ਨਗਰ ਦੇ ਵਿੱਚ, ਨੇੜੇ ਨਗਰ ਸੀ, ਉੱਥੇ ਗਿਆ। ਇੱਕ ਘਰ ਦੇ ਵਿੱਚ, ਜਦੋਂ ਮੈਂ ਨਗਰ ਦੇ ਵਿੱਚ ਵੜਿਆ, ਇੱਕ ਘਰ ਨੇ ਮੈਨੂੰ 4 ਪ੍ਰਸ਼ਾਦੇ ਪਾ ਦਿੱਤੇ ਵੀ ਕੋਈ ਫਕੀਰ ਆਇਆ, ਭੁੱਖਾ ਹੋਣਾ ਵਿਚਾਰਾ। 4 ਪ੍ਰਸ਼ਾਦੇ ਲੈ ਕੇ ਫਟਾਫਟ ਮੈਂ ਜੰਗਲ ਦੇ ਵਿੱਚ ਆਇਆ। ਇੱਕ ਇੱਕ ਪ੍ਰਸ਼ਾਦਾ ਤੁਹਾਡੇ ਹੱਥ ਉੱਤੇ ਰੱਖਤਾ, ਜੋ ਗੁਰੂ ਜੀ ਦਾ ਪਹਿਲਾ ਸਿਧਾਂਤ ਹੈ, ਨਾਮ ਜਪੋ, ਵੰਡ ਛਕੋ, ਕਿਰਤ ਕਰੋ। ਮਹਾਰਾਜ ਜੀ ਕਹਿੰਦੇ ਪਹਿਲਾਂ ਕਿਰਤ ਕਰੋ, ਫਿਰ ਵੰਡ ਕੇ ਛਕੋ, ਤੇ ਫਿਰ ਨਾਮ ਜਪੋ। ਜੇ ਹੁਣ ਸਿੱਧਾ ਹੀ ਕਹਿੰਦੇ ਪਹਿਲਾਂ ਨਾਮ ਜਪੋ ਬਈ ਓਏ, ਉਹ ਕਹਿੰਦੇ ਢਿੱਡ 'ਚ ਕੋਈ ਅੰਨ ਜਲ ਨਹੀਂ ਹੈ, ਜੇਬ ਵਿੱਚ ਕੋਈ ਪੈਸਾ ਨਹੀਂ ਹੈ। ਜੇ ਜੇਬ ਵਿੱਚ ਪੈਸਾ ਨਾ ਹੋਵੇ, ਮਨ ਤੜਫਦਾ ਹੋਵੇ, ਫਿਰ ਭਜਨ ਕਰਨ ਨੂੰ ਵੀ ਜੀ ਨਹੀਂ ਕਰਦਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿਣ ਲੱਗੇ ਗੁਰੂ ਜੀ ਦਾ ਫਿਰ ਸਿਧਾਂਤ ਹੈ, ਕਹਿੰਦੇ ਵੰਡ ਕੇ ਛਕੋ, ਜਿੰਨਾ ਕੁ ਵੀ ਤੁਹਾਡੇ ਕੋਲੇ ਨਾ ਉਹ ਨਾਲ ਦੇ ਨੂੰ ਜ਼ਰੂਰ ਦਿਓ ਥੋੜਾ। ਸਾਡੇ ਬਜ਼ੁਰਗ ਪਹਿਲਾਂ ਨਾ ਰਾਹ ਜਾਂਦੇ ਰਾਹੀ ਦੀ ਖੁਸ਼ੀ ਲੈ ਲੈਂਦੇ ਹੁੰਦੇ। ਮੇਰੇ ਗੁਰਦੇਵ ਕਹਿੰਦੇ ਹੁੰਦੇ, ਜਿਹੜੇ ਸਾਡੇ ਬਜ਼ੁਰਗ ਪੁਰਾਣੇ ਹਲ ਵਾਹੁੰਦੇ ਨਾ, ਜਦੋਂ ਪ੍ਰਸ਼ਾਦਾ ਜਾਂਦਾ, ਉਹਨੇ ਕੋਈ ਵੀ ਰਾਹੀ ਜਾਣਾ, ਉਹਨੂੰ ਆਵਾਜ਼ ਮਾਰ ਕੇ ਕਹਿਣਾ, ਭਰਾਵਾ ਪ੍ਰਸ਼ਾਦਾ ਛਕ ਕੇ ਜਾਈਂ। ਉਹਨੇ ਰਸਤੇ 'ਚ ਜਾਂਦੇ ਜਾਂਦੇ ਨੇ ਕਹਿਣਾ, ਪ੍ਰਮਾਤਮਾ ਤੁਹਾਨੂੰ ਬਹੁਤਾ ਦੇਵੇ, ਅਸੀਂ ਛਕਿਆ ਹੋਇਆ ਸਾਡਾ, ਤੁਸੀਂ ਛਕੋ। ਹੱਕ ਮਾਰ ਕੇ ਉਹਨਾਂ ਨੇ ਖੁਸ਼ੀ ਲੈ ਲੈਣੀ। ਕਹਿੰਦੇ 4 ਪ੍ਰਸ਼ਾਦੇ ਇੱਕ ਹੱਥ ਉੱਤੇ ਰੱਖ ਦਿੱਤਾ, ਪ੍ਰਮਾਤਮਾ ਆ ਗਿਆ, ਕਿਉਂਕਿ ਉੱਧਰ 12 ਸਾਲ ਪੂਰੇ ਹੋ ਗਏ, ਉੱਧਰ ਰੱਬ ਆ ਗਿਆ ਗਰੀਬ ਜਿਹਾ ਰੂਪ ਧਾਰਨ ਕਰਕੇ। ਆ ਕੇ ਰਾਜਨ ਸਭ ਤੋਂ ਪਹਿਲਾਂ ਜਿਹੜੇ ਆ ਮਹਾਤਮਾ ਅੱਗ ਖਾਣ ਵਾਲੇ ਨੇ, ਇਹਨਾਂ ਦੇ ਅੱਗੇ ਹੋ ਕੇ ਕਿਹਾ, ਉਹ 1 ਮਹੀਨਾ ਹੋ ਗਿਆ ਮੀਂਹ ਪੈਂਦਿਆਂ, ਮੈਨੂੰ ਬੜੀ ਭੁੱਖ ਲੱਗੀ ਆ, ਪ੍ਰਸ਼ਾਦਾ ਮੈਨੂੰ ਦੇ ਦਿਓ। ਰਾਜਨ ਜਦੋਂ ਪ੍ਰਮਾਤਮਾ ਇਹਨਾਂ ਦੇ ਕੋਲੇ ਹੋਇਆ ਨਾ, ਇਹਨੇ ਕਿਹਾ ਤੈਨੂੰ ਰੋਟੀ ਦੇ ਕੇ ਫਿਰ ਮੈਂ ਕਿਹੜਾ ਅੱਗ ਖਾਵਾਂ। ਕਹਿੰਦੇ ਉੱਧਰ ਬਚਨ ਵੀ ਪੂਰਾ ਹੋਣ, 12 ਸਾਲ ਹੋ ਗਏ ਸੀ। ਕਹਿੰਦੇ ਤੈਨੂੰ ਰੋਟੀ ਦੇ ਕੇ ਫਿਰ ਮੈਂ ਕੀ ਕਰਾਂ, ਅੱਗ ਖਾਵਾਂ। ਕਹਿੰਦੇ ਪ੍ਰਮਾਤਮਾ ਕਹਿੰਦੇ ਦੇਣਾ ਬਹੁਤ ਕੁਛ ਸੀ, ਚੱਕ ਹੁਣ ਤੂੰ ਅੱਗ ਹੀ ਖਾਈ ਜਾ। ਫਿਰ ਉਦੋਂ ਤੋਂ ਲੈ ਕੇ ਕਹਿੰਦੇ ਮੈਂ ਰੋਟੀ ਤਾਂ ਖਾਂਦਾ ਨਹੀਂ, ਅੱਗ ਹੀ ਅੱਗ ਖਾਈ ਜਾਂਦਾ ਬਸ। ਫਿਰ ਦੂਜੇ ਮਹਾਤਮਾ ਅੱਗੇ ਹੋ ਗਏ, ਕਹਿਣ ਲੱਗੇ ਵੀ ਇਹਨੇ ਤਾਂ ਜਵਾਬ ਦਿੱਤਾ, ਤੁਸੀਂ ਤਾਂ ਰੱਬ ਦੇ ਫਕੀਰ ਹੋ, ਤੁਹਾਨੂੰ ਭੁੱਖ ਭੱਖ ਕੀ ਕਹਿੰਦੀ ਹੈ, ਆਹ ਰੋਟੀ ਮੈਨੂੰ ਦੇ ਦਿਓ। ਕਹਿੰਦੇ ਇੱਕ ਤਾਂ ਮਹੀਨੇ ਬਾਅਦ ਮਸਾਂ 1 ਰੋਟੀ ਪ੍ਰਾਪਤ ਹੋਈ ਸੀ। ਰਾਜਨ ਇਹ ਮਹਾਤਮਾ ਨੇ ਕਹਿਤਾ ਤੈਨੂੰ ਰੋਟੀ ਦੇ ਕੇ, ਹੋਰ ਕਿਤੋਂ ਮੰਗ ਲਾ ਤੂੰ ਜਾ ਕੇ, 1 ਰੋਟੀ ਮਸਾਂ ਨਸੀਬ ਹੋਈ ਹੈ, ਤੈਨੂੰ ਰੋਟੀ ਦੇ ਕੇ ਫਿਰ ਮੈਂ ਕਿਹੜਾ ਸਵਾਹ ਖਾਵਾਂ। ਪਰਮਾਤਮਾ ਕਹਿੰਦੇ ਚੱਕ ਵੀ ਤੇ ਆਪੀ ਵਸਤੂ ਮੰਗ ਲਈ, ਹੁਣ ਸਵਾਹੀ ਖਾਈ ਜਾਈ। ਰਾਜਨ ਤੀਜੀ ਵਾਰੀ ਆ ਗਈ ਮੇਰੀ, ਜਿਹੜਾ ਮੈਂ ਪ੍ਰਸ਼ਾਦੇ ਮੰਗ ਕੇ ਲਿਆ ਸੀ ਨਾ, ਮੇਰੀ ਵਾਰੀ ਆ ਗਈ। ਉਹ ਮਹਾਤਮਾ ਮੇਰੇ ਅੱਗੇ ਆ ਕੇ ਖੜ ਗਏ, ਪਰਮਾਤਮਾ ਖੜ ਗਿਆ। ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ ਰੱਬ, ਕਿਸੇ ਨੂੰ ਪਛਾਣ ਹੈ ਵੀ ਰੱਬ ਕਿਹੋ ਜਿਹਾ ਹੈ। ਮਹਾਰਾਜ ਜੀ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਹੇ, ਰੂਪ ਰੰਗ ਅਰ ਰੇਖ ਭੇ ਕੂ ਕਹਿ ਨ ਸਕਤ ਕਹਿ, ਚੱਲ ਮੂਰਤਨ ਭਉ ਪ੍ਰਕਾਸ਼ ਅਮਤੋਜ ਕੀਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਾਰੇ ਅਸੁਰ, ਨੇਤ ਨੇਤ ਵਰਨ ਤਰਨ ਕਹਿਤ, ਤਬ ਸਰਬ ਨਾਮ ਕਥੈ ਕਵਣ ਕਰਮ। ਲੋ ਪ੍ਰਮਾਤਮਾ ਦੀ ਦੱਸੋ ਵੀ ਕਿਹੋ ਜਿਹਾ ਉਹਦਾ ਰੰਗ ਹੈ,
ਵੀ ਪਰਮਾਤਮਾ ਦਾ ਕੋਈ ਵੱਡਾ ਬੰਦਾ ਬਣਿਆ, ਉਹਦੇ ਇਹੋ ਜਿਹੇ ਕੱਪੜੇ ਪਾਏ ਨੇ, ਸਾਡੇ ਪਤਾ ਹੀ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਵੇ। ਪਰ ਉਹਦੀ ਪਛਾਣ ਕਰਨੀ ਔਖੀ ਹੈ। ਰੱਬ ਦੀ ਪਛਾਣ ਨਹੀਂ ਹਰੇਕ ਤੋਂ ਹੁੰਦੀ, ਰੱਬ ਦੀ ਪਛਾਣ ਰੱਬ ਦੇ ਭਗਤਾਂ ਨੇ ਹੀ ਕੀਤੀ ਹੈ। ਮਹਾਤਮਾ ਜਦੋਂ ਮੇਰੇ ਅੱਗੇ ਹੋ ਗਏ, ਕਹਿੰਦੇ ਤੂੰ ਦੇ ਪ੍ਰਸ਼ਾਦਾ। ਕਹਿੰਦੇ ਮੈਂ ਕਿਹਾ ਵੀ ਇੱਕ ਤਾਂ ਮਹੀਨੇ ਬਾਅਦ ਇੱਕ ਰੋਟੀ ਨਸੀਬ ਹੋਈ ਹੈ, ਤੈਨੂੰ ਦੇ ਕੇ ਫਿਰ ਮੈਂ ਕਿਹੜਾ ਮਰਾਂ। ਕਹਿੰਦੇ ਉਦੋਂ ਤਾਂ ਜਨਮ ਮਰਨ ਦੇ ਦੁੱਖ ਦੇ ਵਿੱਚ ਹੀ ਹੈ। ਜਨਮ ਹੋ ਜਾਂਦਾ, ਮੌਤ ਹੋ ਜਾਂਦੀ, ਜਨਮ ਹੋ ਜਾਂਦਾ, ਮੌਤ ਹੋ ਜਾਂਦੀ ਹੈ। ਰਾਜਨ ਚੌਥੇ ਨੰਬਰ ਤੇ ਆ ਗਈ ਬਾਰੀ ਤੇਰੀ, ਤੇਰੇ ਅੱਗੇ ਵੀ ਮਹਾਤਮਾ ਹੋ ਗਈ ਉਹੀ ਰੱਬ ਰੂਪ। ਉਸ ਮਹਾਤਮਾ ਨੇ ਕਿਹਾ ਵੀ ਚਲੋ ਆ ਤਿੰਨ ਨੇ ਤਾਂ ਰੋਟੀ ਨਹੀਂ ਦਿੱਤੀ, ਹੁਣ ਤੁਸੀਂ ਦੇ ਦਿਓ। ਕਹਿੰਦੇ ਰਾਜਨ ਤੈਂ ਆਪਣੀ ਅੱਧੀ ਰੋਟੀ, ਪੂਰੀ ਰੋਟੀ ਦੇ ਵਿੱਚੋਂ ਅੱਧੀ ਰੋਟੀ ਤੈਂ ਮਹਾਤਮਾ ਦੇ ਹੱਥ ਉੱਤੇ ਰੱਖ ਦਿੱਤੀ, ਤੇ ਬਸ ਉਹ ਅੱਧੀ ਕੁ ਰੋਟੀ ਦਾ ਇਹ ਫਲ ਹੈ ਜਿਸ ਕਰਕੇ ਤੈਨੂੰ ਮਨੁੱਖਾ ਦੇਹੀ ਮਿਲ ਗਈ ਤੇ ਤੈਨੂੰ ਰਾਜ ਭਾਗ ਮਿਲ ਗਿਆ। ਬੋਲੋ ਸਤਨਾਮ। ਬਸ ਐਡਾ ਕੁ ਵੱਡਾ ਮਹੱਤ, ਐਡਾ ਕੁ ਵੱਡਾ ਪੁੰਨ ਕਰਮ ਕੀਤਾ। ਤੇ ਅੱਜ ਕੋਈ ਸਾਡੇ ਬਾਹਰ ਅੱਗੇ ਆ ਕੇ ਰੋਟੀ ਮੰਗ ਲੇ ਨਾ, ਰੋਟੀ ਦੇਣ ਦੀ ਤਾਂ ਗੱਲ ਇੱਕ ਪਾਸੇ ਰਹੀ, ਮਾਫ ਕਰਿਓ ਪਿਆਰਿਓ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਵਿੱਚੋਂ ਬਹੁਤ ਬੰਦੇ ਨੇ। ਰੋਟੀ ਦੇਣ ਦੀ ਤਾਂ ਇੱਕ ਗੱਲ ਪਾਸੇ ਰਹੀ, ਕੀ ਕਹਿਣਗੇ, ਹੱਟਾ ਕੱਟਾ ਹੈ ਕਰਕੇ ਖਾ ਲਾ, ਤੇਰੇ ਹੱਥ ਪੈਰ ਨਹੀਂ ਹੈ, ਐਡਾ ਤੇਰਾ ਸੋਹਣਾ ਸਰੀਰ ਹੈ। ਪਰ ਗੁਰੂ ਜੀ ਕੀ ਕਹਿੰਦੇ, ਮੰਗਣਾ ਬਹੁਤ ਔਖਾ ਹੈ। ਇਸ ਤਰ੍ਹਾਂ ਕਿਸੇ ਦੇ ਅੱਗੇ ਹੱਥ ਕਰਨਾ ਨਾ ਬਹੁਤ ਔਖਾ ਹੈ। ਕੀ ਕਹਿੰਦੇ, ਮੰਗਣ ਗਿਆ ਸੋ ਮਰ ਗਿਆ, ਮਰੇ ਸੋ ਮੰਗਣ ਜਾਏ। ਉਦੋਂ ਪਹਿਲਾਂ ਉਹ ਮਰਿਆ ਜੋ ਹੁੰਦਿਆਂ ਮੁੱਕਰ ਜਾਏ। ਘਰ ਵਿੱਚ ਸਭ ਕੁਝ ਹੋਵੇ, ਕਹੇ ਕਰਕੇ ਖਾ ਲੈ, ਸਾਡੇ ਘਰ ਨਹੀਂ ਹੈ ਕੁਝ, ਉਹ ਪਤਾ ਨਹੀਂ ਕਿਹੜੇ ਰੂਪ ਵਿੱਚ ਆਉਂਦਾ, ਕਿਤੇ ਕਈ ਵਾਰੀ ਸਾਰਾ ਹੀ ਲੈ ਜਾਂਦਾ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਸੰਤ ਟਾਂਡੇ ਵਾਲੇ ਹੋਏ, ਸੰਤ ਬਲਵੰਤ ਸਿੰਘ ਜੀ ਓੜ ਮੁੜ ਟਾਂਡੇ ਵਾਲੇ, ਸਨ 90 'ਚ ਉਹਨਾਂ ਨੇ ਸਰੀਰ ਛੱਡਿਆ। ਬੜਾ ਪਿਆਰਾ ਕੀਰਤਨ ਸੀ, ਉਹਨਾਂ ਨੂੰ ਅੱਖਾਂ ਤੋਂ ਨਹੀਂ ਦੀਂਦਾ ਸੀ। ਉਹਨਾਂ ਦੀਆਂ ਛੋਟੇ ਹੁੰਦਿਆਂ ਦੀਆਂ ਅੱਖਾਂ ਜਿਹੜੀਆਂ ਦੀ ਲਾਈਟ ਚਲੀ ਗਈ ਸੀ ਅੱਖਾਂ ਦੀ, ਪਰ ਅਨੁਭਵ ਇੰਨਾ ਸੀ, ਜਦੋਂ ਉਹਨਾਂ ਦੇ ਕਮਰੇ ਵਿੱਚ ਕੋਈ ਜਾਂਦਾ ਨਾ ਉਹਦਾ ਨਾਂ ਲੈ ਕੇ ਆਵਾਜ਼ ਮਾਰ ਦਿੰਦੇ ਸੀ, ਇੰਨਾ ਅਨੁਭਵ ਸੀ ਉਹਨਾਂ ਨੂੰ। ਕੋਈ ਵੀ ਬੰਦਾ ਉਹਨਾਂ ਦੇ ਕਮਰੇ ਵਿੱਚ ਜਾਂਦਾ ਉਹਦਾ ਨਾਂ ਲੈ ਦਿੰਦੇ, ਪਹਿਲਾਂ ਅੱਖਾਂ ਤੋਂ ਨਹੀਂ ਦੀਂਦਾ ਸੀ ਉਹਨਾਂ ਨੂੰ। ਉਹ ਮਹਾਤਮਾ ਬੜੇ ਐਸੇ ਵਿਦਵਾਨ ਹੋਏ, ਉਹਨਾਂ ਦਾ ਬਚਨ ਮੇਰੇ ਯਾਦ ਆਇਆ। ਉਹ ਕਹਿਣ ਲੱਗੇ, ਜੇ ਕਿਸੇ ਨੂੰ ਨਾ ਤੁਸੀਂ ਘਰ ਦੇ ਵਿੱਚੋਂ ਗੁੜ ਨਹੀਂ ਨਾ ਦੇ ਸਕਦੇ, ਗੁੜ ਰੋਟੀ ਤੇ ਉੱਤੇ ਧਰ ਕੇ ਗੁੜ ਕਹਿੰਦੇ ਗੁੜ ਨਾ ਦਿਓ, ਪਰ ਉਹਨੂੰ ਗੁੜ ਵਰਗੀ ਮਿੱਠੀ ਬੋਲੀ ਬੋਲ ਕੇ ਮੋੜ ਦਿਓ। ਬੋਲੋ ਸਤਨਾਮ। ਤੇ ਆਪਾਂ ਵੇਖ ਲਓ ਹੁਣ ਕਿਹੋ ਜਿਹਾ ਉਹਦੇ ਨਾਲ ਵਰਤਾਓ ਕਰਦੇ ਆ, ਹੁਣ ਆਪਾਂ ਨੂੰ ਪਤਾ ਹੈ। ਰਾਜਨ ਬਸ ਇੰਨਾ ਕੁ ਪੁੰਨਦਾਨ ਕੀਤਾ ਤੈਂ ਜਿਸ ਕਰਕੇ ਤੈਨੂੰ ਮਨੁੱਖਾ ਦੇਹੀ ਮਿਲ ਗਈ। ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਏ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ, ਆਪਾਂ ਵੀ ਗੁਰੂ ਸਾਹਿਬ ਤੋਂ ਪੁੱਛੀਏ, ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਜਿਹੜਾ ਪ੍ਰਾਪਤ ਹੋਇਆ ਹੈ, ਅਸੀਂ ਕਿੱਡਾ ਕੁ ਵੱਡਾ ਪੁੰਨ ਕੀਤਾ ਹੈ, ਜਿਸ ਕਰਕੇ ਆ ਦੇਹੀ ਕੰਚਨ ਵਰਗੀ ਦੇਤੀ। ਅਸੀਂ ਕੀ ਪੁੰਨਦਾਨ ਕੀਤਾ ਜਿਸ ਕਰਕੇ ਤੂੰ ਸਾਡੇ ਉੱਤੇ ਇੰਨਾ ਖੁਸ਼ ਹੈ। ਅੱਜ ਅੰਮ੍ਰਿਤ ਵੇਲੇ ਤਾਂ ਸਾਨੂੰ ਜਾਗਰਤਾ ਦੀ ਦਾਤ ਦਿੱਤੀ, ਸਾਨੂੰ ਬਾਣੀ ਪੜਾਈ। ਉਹ ਕਿਸੇ ਦਾ ਸੀ ਜਿਹੜਾ ਨਾ, ਉਹ ਕਿਸੇ ਗਰੀਬ ਦਾ, ਅਥਿਤੀ ਦਾ ਸੀ ਭਲਾ ਕੀਤਾ, ਤੈਂ ਕਰਵਾਇਆ, ਅਸੀਂ ਕੀਤਾ। ਇਹ ਕੋਈ ਸਾਡਾ ਪਿਛਲਾ ਪੁੰਨਦਾਨ ਬੀਜਿਆ ਹੋਇਆ ਸੀ, ਜਿਸ ਕਰਕੇ ਆ ਤੁਹਾਡੀ ਕਿਰਪਾ ਹੋਈ ਹੈ। ਕਰਕੇ ਆਓ ਸਤਿਗੁਰ ਨੇ ਜਿਤਨੇ ਕੁ ਸਵਾਸ ਭਾਈ ਸਾਹਿਬ ਭਾਈ ਜੱਗਾ ਸਿੰਘ ਜੀ ਨੂੰ ਬਖਸ਼ਿਸ਼ ਕੀਤੇ, ਉਹਨਾਂ ਨੂੰ ਭੋਗਦਿਆਂ ਹੋਇਆਂ ਇਸ ਮਤਲੁਗ ਦੀ ਧਰਤੀ ਤੋਂ ਸਦਾ ਵਾਸਤੇ ਚਾਲੇ ਪਾ ਕੇ ਅੰਤਮ ਅਰਦਾਸ ਹੈ। ਮੈਂ ਪਹਿਲਾਂ ਵੀ ਅਰਜ਼ ਕਰੀਆਂ, 4 ਅਰਦਾਸਾਂ ਇਦੋਂ ਪਹਿਲਾਂ ਹੋ ਚੁੱਕੀਆਂ, ਇਹ ਅੰਤਮ 5ਵੀਂ ਅਰਦਾਸ ਹੈ। ਇਹ ਤੋਂ ਬਾਅਦ ਉਹ ਜਿਹੜੀ ਅਰਦਾਸ ਅਸੀਂ ਕਰਾਂਗੇ ਉਹਨੂੰ ਅੰਤਮ ਅਰਦਾਸ ਨਹੀਂ ਕਿਹਾ ਜਾ ਸਕਦਾ, ਇਹ ਕਹਾਂਗੇ ਉਹਦੀ ਯਾਦ ਵਿੱਚ ਅਸੀਂ ਅਰਦਾਸ ਕਰਾਉਣੀ ਹੈ, ਸਾਡੇ ਬਜ਼ੁਰਗਾਂ ਦੀ ਯਾਦ ਵਿੱਚ ਅਸੀਂ ਅਰਦਾਸ ਕਰਾਉਣੀ ਹੈ। ਪਰ ਅੰਤਮ ਅਰਦਾਸ ਆ 5ਵੀਂ ਅਰਦਾਸ ਨੂੰ ਕਿਹਾ ਜਾਂਦਾ ਹੈ। ਆਓ ਸਾਰੇ, ਬਹੁਤ ਬਹੁਤ ਧੰਨਵਾਦ ਹੈ ਜਿਤਨਾ ਕੁ ਸਮਾਂ ਬਖਸ਼ਿਸ਼ ਕੀਤਾ ਸੀ, ਕਿਉਂਕਿ ਅਸੀਂ ਸਮੇਂ ਤੋਂ ਕਿਤੇ ਅੱਜ ਤੱਕ ਲੇਟ ਨਹੀਂ ਹੋਏ, ਨਾ ਹੀ ਕਿਸੇ ਤੋਂ ਕਹਾਇਆ ਹੈ। 12:30 ਦਾ ਆਪਣੇ ਤੁਹਾਨੂੰ ਪਤਾ ਸਾਰੀ ਇਹ ਸਮਾਂ ਰੱਖਿਆ ਹੁੰਦਾ, 12:30 ਹੋ ਗਏ ਨਾ। ਸਾਡੀ ਬਾਣੀ ਵਿੱਚ ਅਰਦਾਸ ਹੁਕਮਨਾਮਾ ਪ੍ਰਸ਼ਾਦ, ਫਿਰ ਅਗਲਾ ਜੋ ਪ੍ਰੋਗਰਾਮ ਹੈ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਦਰਸ਼ਨ ਸਿੰਘ ਜੀ ਹੈਡਗੰਤੀ ਸਾਹਿਬ ਇੱਥੋਂ ਦੇ ਸਥਾਨ ਦੇ, ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ। ਧੰਨਵਾਦ। ਸਤਿਕਾਰਯੋਗ ਸਾਡੇ ਵੱਡਿਆਂ ਦੀ ਦੁਨੀਆ ਦੇ ਵਿੱਚੋਂ ਭਾਈ ਸਿਕੰਦਰ ਸਿੰਘ ਜੀ ਜੋ ਬਹੁਤ ਪਿਆਰ ਵਾਲੇ ਹਨ, ਭਾਈ ਜੋਨੀ ਜੀ ਜਿਹੜੇ ਸਮਾਜ ਸੇਵੀ ਹਨ, ਇੱਕ ਜਿਨ੍ਹਾਂ ਉੱਤੇ ਬੜੀ ਪਾਰ ਕਿਰਪਾ ਹੈ। ਚਲੋ ਜਿਵੇਂ ਜਿਵੇਂ ਸਰਕਾਰ ਵੱਲੋਂ ਜਾਂ ਜਿਤਨੀ ਸੰਗਤ ਉਹਨਾਂ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਗਲ ਵਿੱਚ ਪਾਈ ਜਾਂਦੀ ਹੈ, ਉਹਨੂੰ ਤਨਦੇਹੀ ਨਾਲ ਨਿਭਾਉਣੀ ਵੀ ਚਾਹੀਦੀ ਹੈ। ਕਿਉਂਕਿ ਮਨੁੱਖ ਜਿਹੜਾ ਆਪਣੇ ਕਰਮ ਤੋਂ ਭੱਜਦਾ ਨਾ, ਉਹ ਇੱਕ ਭਗੌੜਾ ਹੁੰਦਾ ਹੈ। ਜਿਹੜੇ ਆਪਣੇ ਕੰਮ ਧੰਦਿਆਂ ਤੋਂ ਕੋਈ ਵੀ ਹੈ ਜਿਹੜਾ ਵਿਆਹ ਸ਼ਾਦੀ ਕਰਵਾ ਕੇ ਬੱਚੇ ਹੋ ਗਏ, ਉਸ ਤੋਂ ਬਾਅਦ ਭੱਜਦਾ ਨਾ, ਉਹਨੂੰ ਭਗੌੜਾ ਕਿਹਾ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਤਾਂ ਤੇਰੀ ਜ਼ਿੰਮੇਵਾਰੀ ਸੀ। ਕਈਆਂ ਦੀ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਕਈਆਂ ਦੀ ਥੋੜ੍ਹੀ ਜਿਹੀ ਉਦੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਈਆਂ ਦੀ ਉਦੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਕਈਆਂ ਨੂੰ ਇਸ ਇਲਾਕੇ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਕਰਕੇ ਚਲੋ ਜਿਵੇਂ ਜਿਵੇਂ ਪਰਮਾਤਮਾ ਜ਼ਿੰਮੇਵਾਰੀ ਦਿੰਦੇ ਆ, ਜਿਹੜਾ ਉਹਨੂੰ ਤਨਦੇਹੀ ਨਾਲ ਨਿਭਾਉਂਦਾ ਹੈ, ਫਿਰ ਮਾਲਕ ਵੀ ਉਹਦੇ ਉੱਤੇ ਜ਼ਰੂਰ ਖੁਸ਼ ਹੁੰਦਾ ਹੈ।
ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ। ਸਤਿਕਾਰਯੋਗ ਭਾਈ ਕੇਸਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਬਜ਼ੁਰਗਾਂ ਦੀ ਯਾਦ ਵਿੱਚ ਅੰਤਮ ਅਰਦਾਸ ਅੰਮ੍ਰਿਤ ਵੇਲੇ ਭੋਗ ਪਾਏ ਗਏ ਹਨ। ਹੁਣ ਗੁਰਦੁਆਰਾ ਸਾਹਿਬ ਅਰਦਾਸ, ਉਹਨਾਂ ਦਾ ਵੀ ਧੰਨਵਾਦ। ਜੋ ਅਸਲ ਫਰਜ਼ ਬਣਦਾ ਹੈ ਮਾਪਿਆਂ ਦਾ, ਪੁੱਤਰਾਂ ਦਾ ਫਰਜ਼ ਬਣਦਾ ਹੈ। ਮੈਨੂੰ ਬਹੁਤੇ ਕਹਿਣਗੇ ਵੀ ਆਹ ਜੀ ਉਹਨਾਂ ਦੇ ਇੱਕ ਧੀ ਸੀ, 2 ਮੁੰਡੇ ਸੀ, 2 ਕੁੜੀਆਂ ਸੀ, ਉਹਨਾਂ ਦੀਆਂ ਨੂੰਹਾਂ ਸੀ, ਉਹਨਾਂ ਦੇ ਪੋਤਰੇ ਸੀ, ਉਹਨਾਂ ਦਾ ਧੰਨਵਾਦ ਕਰਦੇ ਹੋ। ਮੈਂ ਕਿਹਾ ਵੀ ਮੈਂ ਨਹੀਂ ਕਰਦਾ ਉਹਨਾਂ ਦਾ ਧੰਨਵਾਦ। ਉਹਨਾਂ ਦੇ ਧੀਆਂ ਪੁੱਤਰਾਂ ਦਾ ਮੈਂ ਧੰਨਵਾਦ ਨਹੀਂ ਕਰਦਾ। ਜਿਨ੍ਹਾਂ ਦਾ ਬਾਪ ਸੀ ਉਹਨਾਂ ਦੇ ਪੁੱਤਰਾਂ ਦਾ ਧੀਆਂ ਦਾ ਧੰਨਵਾਦ ਨਾ ਕਰਿਆ ਕਰੋ, ਕਿਉਂ? ਉਹਨਾਂ ਦਾ ਫਰਜ਼ ਹੈ, ਉਹਨਾਂ ਦਾ ਫਰਜ਼ ਹੈ ਸੇਵਾ ਕਰਨ ਦਾ। ਹੋਰ ਕੌਣ ਕਰੂਗਾ? ਹੋਰ ਕੋਈ ਬਾਹਰੋਂ ਆ ਕੇ ਥੋੜ੍ਹੀ ਕਰੂਗਾ। ਉਹਨਾਂ ਦਾ ਫਰਜ਼ ਹੈ ਧੰਨਵਾਦ ਕਰਨਾ ਇਹਨਾਂ ਗੁਰਮੁਖਾਂ ਦਾ ਜਿਹੜੇ ਆਪਣੇ ਕੰਮ ਵਿੱਚੋਂ ਕੰਮ ਛੱਡ ਕੇ ਆਏ ਨੇ, ਇਹਨਾਂ ਦਾ ਧੰਨਵਾਦ। ਆਓ ਫਿਰ ਵੀ ਸਤਿਕਾਰਯੋਗ ਭਾਈ ਕੇਸਰ ਸਿੰਘ ਜੀ ਨੇ ਸਾਨੂੰ ਕਈ ਦਿਨ ਹੋ ਗਏ ਲਗਾਤਾਰ ਫੋਨ ਕਰਦਿਆਂ ਨੂੰ, ਕਿਹਾ ਵੀ ਜ਼ਰੂਰ ਹਾਜ਼ਰੀ ਭਰਾਂਗੇ। ਜਿੱਥੇ ਹਾਂ ਕਰਤੀ ਉੱਥੇ ਹਾਜ਼ਰੀ ਭਰਦੇ ਹੀ ਭਰਦੇ ਹਾਂ। ਲੋਕ ਸੁਖੇ ਪਰੋਗ ਸੇਲੇ ਨਾਨਕ ਹਰ ਪ੍ਰਭ ਆਪੇ ਬੇਲੇ। ਸਾਰੇ ਜਿਹੜੇ ਉਹਨਾਂ ਸਾਦੀ ਬਾਣੀ ਵਿੱਚ ਗ੍ਰੰਥੀ ਸਾਹਿਬਾਨ ਬਾਬਾ ਜੀ ਦਾ, ਉਹਨਾਂ ਦਾ ਵੀ ਧੰਨਵਾਦ। ਰਾਮ ਕਲੀ ਮਹੱਲਾ ਤੀਜਾ ਨਾ ਦੇਖੋ ਓੰਕਾਰ, ਸਤ ਗੁਰ ਪ੍ਰਸਾਦ ਜੀ ਆਨੰਦ ਭਇਆ ਮੇਰੀ ਮਾਏ। ਸਤ ਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ। ਦੋਤਾ ਗਾਵੋ ਹਰੀ ਤੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਗੁਣ ਧਾਰੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਕੀ ਕਰੋ ਕਰੇ ਤੇਰਾ ਕਾਰਜ ਸਬਦ ਵਾਰਨਾ। ਸਭ ਨਾਂਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸੁਧਾਰੋ ਹਰ ਨਾਲੇ। ਹਾਂਜੀ ਸੱਚ ਸਾਹਿਬਾ ਕਿਆ ਨਹੀਂ ਕਰ ਤੇਰੇ। ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਦਿਨ ਭੁੱਖਾ ਸਭ ਗਵਾਏ। ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਧ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਨੋ ਵੱਡ ਭਾਗੀਓ, ਸਗਲ ਮਨੋਰਥ ਪੂਰੇ। ਬਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਰਦੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਤੇ, ਪਵਿੱਤ ਸਤਿਗੁਰ ਰਿਆ ਭਰਪੂਰੇ। ਬੰਦ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਦੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਾਤ ਸਰਾਧ ਦੋਏ। ਦਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਬਚੈ ਧਰਮ ਦੂਰ। ਆਪੋ ਆਪਣੀ ਕੇ ਨੇੜੇ ਕੇ ਦੂਰ। ਆਜ ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਆਜ ਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,